श्री वाहेगुरु साहिब जी। पूरा प्रभ आराध्या पूरा जाका नाम नानक पूरा पाया पूरे के गुण गाओ पूरे के गुण गाओ। गावो सच्ची बाणी 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 गावो सच्ची बाणी। सिख सतगुर के प्यारियो सिख सतगुर के प्यारियो आवो सिख सतगुर के प्यारे हो 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 सतगुर के प्यारे आवो सिख सतगुर के प्यारे आवो सिख सतगुर के प्यारे हो सिख सतगुर के प्यारे हो आवो सिख सतगुर के प्यारे हो आवो सिख सतगुर के प्यारे हो। गावो सच्ची बाणी 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 गावो सच्ची बाणी। वाह
ਗੁਰਬਾਣੀ ਕਹੈ ਸੇਵਕ ਜਨ ਮਨੈ ਪਰਤਖ ਗੁਰੂ ਨਿਸਿਤਾਰੇ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਗੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ 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 ਤਿਨ ਸਗਲੀ ਚਿੰਤ ਮਟਾਈ ਤਿਨ ਸਗਲੀ ਚਿੰਤ ਮਟਾਈ ਤਿਨ ਸਗਲੀ ਚਿੰਤ ਮਟਾਈ ਤਿਨ ਸਗਲੀ ਚਿੰਤ ਮਟਾਈ ਸਗਲੀ ਚਿੰਤ ਮਿਟਾਈ ਸਗਲੀ ਚਿੰਤ ਮਿਟਾਈ ਤਿਨ ਸਗਲੀ ਚਿੰਤ ਮਿਟਾਈ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਟਾਈ ਓ ਗੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਗੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਤਿਨ ਸਗਲੀ ਚਿੰਤ ਮਿਟਾਈ ਗੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਬਾਣੀ ਦਾ ਜਹਾਜ਼ ਬਣਾਇਆ ਆਜੋ ਜਿਨੇ ਪਾਰ ਲੰਘਣਾ ਤੁਰ ਕੀ ਬਾਣੀ ਦਾ ਜਹਾਜ਼ ਬਣਾਇਆ ਆਜੋ ਜਿਨੇ ਪਾਰ ਲੰਘਣਾ ਗੁਰ ਕੀ ਬਾਣੀ ਦਾ ਜਹਾਜ਼ ਬਣਾਇਆ ਆਜੋ ਜਿਨੇ ਪਾਰ ਲੰਘਣਾ ਗੁਰ ਕੀ ਬਾਣੀ ਦਾ ਜਹਾਜ਼ ਬਣਾਇਆ ਆਜੋ ਜਿਨੇ ਪਾਰ ਲੰਘਣਾ ਆਜੋ ਜਿਨੇ ਪਾਰ ਲੰਘਣਾ ਗੁਰ ਕੀ ਬਾਣੀ ਦਾ ਜਹਾਜ਼ ਬਣਾਇਆ ਆਜੋ ਜਿਨੇ ਪਾਰ ਲੰਘਣਾ ਤੁਰ ਕੀ ਬਾਣੀ ਦਾ ਜਹਾਜ਼
परम सत्कारयोग सतगुरां दी साजी और निवाजी हुई गुरु रूप गुरु प्यारी साध संगत जी, आओ सब तो पहला कलगीधर पिता द्वारा बख्शी हुई फतेह दी सांझ पाइए। दोवें हथ जोड़ के प्यार नाल धन श्री गुरु ग्रंथ साहिब जी दे चरनां विच सीस नवा के आखो जी वाहिगुरू जी का खालसा वाहिगुरू जी की फतेह। आप सब बड़े ही बड़े भागां वाले हो जो सत्संग विच बैठ के गुरु जी दी बाणी सुन के आनंद मान रहे हो। गुरबाणी विच इस सत्संग बारे फरमान है, वड भागी हर संगत पावै, भागहीन भ्रम चोटां खावै, बिन भागां सत संग ना लभै, बिन संगत मैल भरीजै जीव। कि वड्डियां भागां दे नाल सत संगत करन दा सुभाग समा प्राप्त हुंदा है। ਜਿਹੜੇ ਭਾਗਹੀਨ ਵਿਅਕਤੀ ਜੋ ਸਤਸੰਗ ਨਹੀਂ ਕਰਦੇ ਥਾਂ ਥਾਂ ਤੇ ਦਰ ਦਰ ਠੋਕਰਾਂ ਖਾਂਦੇ ਹਨ, ਇਸ ਨਾਲ ਉਹਨਾਂ ਦੇ ਮਨਾਂ ਦੇ ਵਿੱਚ ਮਾੜੇ ਵਿਚਾਰਾਂ ਦੀ ਮੈਲ ਭਰੀ ਜਾਂਦੀ ਹੈ। ਸੋ ਜਿੱਥੇ ਆਪ ਸਭ ਤਨ ਕਰਕੇ ਸਤਸੰਗ ਵਿੱਚ ਹਾਜ਼ਰੀ ਭਰ ਰਹੇ ਹੋ, ਉੱਥੇ ਮਨ ਕਰਕੇ ਵੀ ਆਪਣੀ ਹਾਜ਼ਰੀ ਲਵਾਈਏ, ਕਿਉਂਕਿ ਜੀਵਨ ਮਿਲਿਆ ਹੈ ਉਹ ਪਸ਼ੂਆਂ ਨੂੰ ਵੀ ਮਿਲਿਆ ਹੈ। ਜੀਵਨ ਉਸ ਪਰਮਾਤਮਾ ਨੇ ਪੰਛੀਆਂ ਨੂੰ ਵੀ ਦਿੱਤਾ ਹੈ, ਪਰ ਜੋ ਗੁਰੂ ਦਾ ਸਿੱਖ ਹੈ ਉਸ ਕੋਲ ਜੀਵਨ ਜਿਉਣ ਦੀ ਜਾਚ ਹੈ। ਉਸ ਨੂੰ ਪਤਾ ਹੈ ਕਿ ਜ਼ਿੰਦਗੀ ਨੂੰ ਕਿਸ ਤਰ੍ਹਾਂ ਜਿਉਣਾ ਹੈ। ਉਸ ਕੋਲ ਜ਼ਿੰਦਗੀ ਜਿਉਣ ਦਾ ਤਜਰਬਾ ਹੈ, ਮੈਥਡ ਹੈ। ਕੋਈ ਪਤਾ ਨਹੀਂ ਜ਼ਿੰਦਗੀ ਦੇ ਵਿੱਚ ਵਿਚਰਦਿਆਂ ਹੋਇਆਂ ਆਪਣੀ ਜ਼ਿੰਦਗੀ ਦੇ ਵਿੱਚ ਕਦੋਂ ਚੇਂਜ ਆ ਜਾਵੇ। ਕੋਈ ਪਤਾ ਨਹੀਂ ਕਿਸ ਟਾਈਮ ਆਪਣਾ ਮਨ ਰੰਗਿਆ ਜਾਵੇ, ਜ਼ਿੰਦਗੀ ਬਦਲ ਜਾਵੇ। ਜੇਕਰ ਕਿਸੇ ਦੀ ਜ਼ਿੰਦਗੀ ਬਦਲੀ ਹੋਵੇ, ਆਪਾਂ ਪੁੱਛਦੇ ਹਾਂ ਕਿ ਐਸਾ ਕੀ ਹੋਇਆ ਤੇਰੀ ਜ਼ਿੰਦਗੀ ਦੇ ਵਿੱਚ, ਤੂੰ ਪੂਰੇ ਦਾ ਪੂਰਾ ਹੀ ਬਦਲ ਗਿਆ। ਉਹ ਆਪਾਂ ਨੂੰ ਜਵਾਬ ਪਤਾ ਕੀ ਦੇਗਾ? ਉਹ ਕਹੇਗਾ ਕਿ ਮੈਂ ਕਿਸੇ ਚੰਗੇ ਦੀ ਸੰਗਤ ਕੀਤੀ, ਉਹਦੀ ਸੰਗਤ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਚੇਂਜ ਆ ਗਿਆ। ਜਾਂ ਉਹ ਕਹੇਗਾ ਕਿ ਮੇਰੇ ਮਨ ਨੂੰ ਠੋਕਰ ਲੱਗੀ, ਇਸ ਕਰਕੇ ਮੇਰੀ ਜ਼ਿੰਦਗੀ ਦੇ ਵਿੱਚ ਚੇਂਜ ਆ ਗਿਆ। ਇਸੇ ਤਰ੍ਹਾਂ ਹੀ ਚੇਂਜ ਆਇਆ। ਆਪ ਸਭ ਸੁਣ ਵੀ ਰਹੇ ਸੀ ਬਾਬਾ ਜੀ ਪਾਸੋਂ ਉਹ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਇਤਿਹਾਸ ਸੁਣਾ ਰਹੀ ਸੀ। ਬਾਬਾ ਬੰਦਾ ਸਿੰਘ ਬਹਾਦਰ ਜੋ ਕਿ ਸਭ ਤੋਂ ਪਹਿਲਾਂ ਲక్ష్మణ ਦਾਸ ਦੇ ਨਾਮ ਨਾਲ ਜਾਣੇ ਜਾਂਦੇ ਸੀ। ਕੀ ਹੋਇਆ? ਇੱਕ ਦਿਨ ਸ਼ਿਕਾਰ ਕਰਨ ਵਾਸਤੇ ਗਏ, ਆਪਣਾ ਸ਼ਿਕਾਰ ਬਣਾਇਆ ਇੱਕ ਗਰਭਵਤੀ ਹੀਰਨੀ ਨੂੰ, ਤੀਰ ਮਾਰਿਆ, ਵੇਖਿਆ ਕਿ ਉਸ ਹੀਰਨੀ ਦੇ ਪੇਟ ਦੇ ਵਿੱਚ ਜੋ ਬੱਚੇ ਹਨ ਉਹ ਤੜਫ ਤੜਫ ਕੇ ਮਰ ਰਹੇ ਹਨ। ਮਨ ਨੂੰ ਠੋਕਰ ਲੱਗੀ, ਜ਼ਿੰਦਗੀ ਬਦਲ ਗਈ, ਵੈਰਾਗੀ ਬਣ ਗਈ। ਫਿਰ ਕੀ ਹੋਇਆ? ਇੱਕ ਦਿਨ ਚੰਗੇ ਦੀ ਸੰਗਤ ਪ੍ਰਾਪਤ ਹੋ ਗਈ। ਕਿਹਦੀ ਸੰਗਤ ਵਿੱਚ ਆਏ? ਗੁਰੂ ਗੋਬਿੰਦ ਸਿੰਘ ਜੀ ਦੀ। ਗੁਰੂ ਗੋਬਿੰਦ ਸਿੰਘ ਜੀ ਮਿਲੇ। ਉਸ ਦਿਨ ਤੋਂ ਮਾਧੋ ਦਾਸ ਤੋਂ ਬੰਦਾ ਸਿੰਘ ਬਣ ਗਏ। ਬਾਅਦ ਵਿੱਚ ਯੁੱਧਾਂ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਬਹਾਦਰੀ ਦਾ ਅਹੁਦਾ ਵੀ ਪ੍ਰਾਪਤ ਕਰ ਲਿਆ।
फिर बंदा सिंह बहादुर बाबा बंदा जी जानन लग पे सी। बाबा बंदा सिंह बहादुर बन गए सी। इसे तरह ही कुछ माड़ी संगत दे विच बिताईयां होईयां घड़ियां भी आबाद जिंदगी नूं बर्बाद करके रख दिंदियां ने। आपां वेखदे हां कि जेकर कोई नशा करदा होवे ओनू पुछिए कि तैनू की होया, तू किवें नशा करन लग पिया, किवें शराब पीण लग पिया। ओ जवाब पता की देगा? ओ कहेगा एक दिन माड़ी संगत दे विच बैठा सी, बैठ के एक दिन बीतिया, 2 दिन बीते, मेरा भी जी करन लग पिया, मैं भी मूंह नूं ला ली। वेखो ओ 2 घड़ियां जो माड़ी संगत दियां सी सारी जिंदगी बर्बाद करके रखती। जेकर आपां नूं ਇਹ ਮਨੁੱਖੀ ਜੀਵਨ ਮਿਲਿਆ ਹੈ, ਉਸ ਤੋਂ ਵੀ ਵੱਡੇ ਭਾਗ ਹਨ ਕਿ ਆਪਾਂ ਸਿੱਖਾਂ ਦੇ ਘਰ ਜੰਮੇ ਹਾਂ। ਫਿਰ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਜੀਵਨ ਜਿਉਣ ਦੀ ਜਾਚ ਸਿੱਖਣੀ ਚਾਹੀਦੀ ਹੈ। ਜੀਵਨ ਜਿਉਣ ਦਾ ਢੰਗ ਸਿੱਖਣਾ ਚਾਹੀਦਾ ਹੈ। ਇਸ ਕਰਕੇ ਜਦੋਂ ਵੀ ਸਤ ਸੰਗਤ ਕਰਨ ਦਾ ਮੌਕਾ ਮਿਲੇ, जिथे आपां सब तन करके सत्संग विच हाजरियां भरदे हां, उत्थे मन करके भी अपनियां हाजरियां भरीए। सुनिए, सुन के गुरु दी गल नूं मन्नीए। जपजी साहब विच फरमान है, सुनिया मन्निया मन कीता भाओ। कि जिन्हां ने उस परमात्मा दे नाम नूं सुनिया, सुन के अपने मन दे विच वसाया, फिर उन्हां दे सारे अंदरूनी दुख दूर हो गए। अंदरूनी दुख की कि वो किसे नाल वैर नहीं करेगा, किसे वाल माड़ा नहीं वेखेगा, किसे दा माड़ा नहीं करेगा, किसे दा माड़ा नहीं सोचेगा। ए बाणी पढ़ के सब दुख दूर होणगे। जेकर इन्हां नूं दूर करना है ते इस करके सानू गुरबाणी भी पढ़नी पएगी, उस ते पहरा भी देना पवेगा। सुनिया मन्निया मन कीता भाओ, कि सुन के उस नूं मन दे विच वसा के फिर जिहड़ा बाणी नूं मन दे विच वसा लेगा, उस ते भावें जिन्ने मर्जी सरीरक दुख आ जाण, जिन्नियां मर्जी मुसीबतां आ जाण, वो उन्हां मुसीबतां नूं जानेगा नहीं, उन्हां मुसीबतां दी परवाह नहीं करेगा, टेंशन नहीं लेगा, क्योंकि उसने गुरु दी गल नूं मन्निया है। जेकर वेख्या जावे, मुसीबतां दी गल कीती जावे, धन श्री गुरु गोबिंद सिंह जी नूं वेखिए कि उन्हां दे जीवन विच किन्नियां ज़्यादियां मुसीबतां आईयां, किन्नियां मुश्किलां आईयां। 6 पो तो लैके 13 पो तक की कुछ नहीं होया गुरु गोबिंद सिंह जी दे नाल। वेखिए चारे दे चारे पुत्र वारते गुरु गोबिंद सिंह जी ने धर्म दे बदले। सिक्खी दी खातर अपना परिवार नहीं रखिया, अपना परिवार वारता गुरु गोबिंद सिंह जी ने। आपां भी जेकर जिंदगी नूं जिउणा है, जिंदगी नूं मानना है, ये जिंदगी मिली है ते कित्थों जाच सीखनी है? धन श्री गुरु ग्रंथ साहिब जी तो। इस जिंदगी नूं अजाई ना गवाईए, जीवन जिउण दी जाच सीखिए। आओ सब धारना दे नाल गज वज के बोलियो, सिख लै प्यारिया जिंदगी सदा जिउण वाली, सिख लै प्यारिया जिंदगी सदा जिउण वाली, सिख लै प्यारिया
ਬੈਠੇ ਹਾਂ, ਜਿਨ੍ਹਾਂ ਦੀ ਯਾਦ ਦੇ ਵਿੱਚ ਇਹ ਸਮਾਗਮ ਰਖਵਾਇਆ ਹੈ, ਉਹਨਾਂ ਦੇ ਚਰਨਾਂ ਵਿੱਚ ਆਪਾਂ ਹਾਜ਼ਰੀ ਲਵਾਈਏ। ਸਾਰੀਆਂ ਸੰਗਤਾਂ ਨੇ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਰੱਖਣਾ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਲਗਾਤਾਰ 8 ਮਹੀਨੇ ਘੇਰਾ ਪਿਆ ਰਿਹਾ, ਉਸ ਸਮੇਂ ਹਿੰਦੂ ਰਾਜਿਆਂ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਅਨੇਕਾਂ ਹੀ ਲਾਲਚ ਦਿੱਤੇ, ਅਨੇਕਾਂ ਹੀ ਤਸੀਹੇ ਦਿੱਤੇ। ਉਧਰੋਂ ਜੋ ਮੁਗਲ ਹਨ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਤੇ ਨਿਤ ਅਤਿਆਚਾਰ ਕਰਦੇ ਹਨ। ਨਿਤ ਗੁਰੂ ਗੋਬਿੰਦ ਸਿੰਘ ਜੀ ਨੂੰ ਨਵੀਆਂ ਤੋਂ ਨਵੀਆਂ ਤਕਲੀਫਾਂ ਦਿੰਦੇ ਹਨ, ਦੁੱਖ ਦਿੰਦੇ ਹਨ। ਪਰ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ, ਉਹਨਾਂ ਦੇ ਜਜ਼ਬੇ ਅੱਗੇ ਉਹ ਤਕਲੀਫਾਂ, ਉਹ ਦੁੱਖ, ਉਹ ਤਸੀਹੇ ਟਿਕ ਨਹੀਂ ਸਕਦੇ। ਉਹਨਾਂ ਦੇ ਜਜ਼ਬੇ ਦੇ ਅੱਗੇ ਉਹ ਦੁੱਖ ਵੀ ਛੋਟੇ ਪੈ ਗਏ। ਪਹਾੜੀ ਰਾਜੇ ਵੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਿਤ ਦੁੱਖ ਦਿੰਦੇ ਸੀ, ਪਰ ਗੁਰੂ ਗੋਬਿੰਦ ਸਿੰਘ ਜੀ ਡੋਲੇ ਨਹੀਂ। 8 ਮਹੀਨੇ ਲਗਾਤਾਰ ਘੇਰਾ ਪਿਆ ਰਿਹਾ। ਉਧਰੋਂ ਹਿੰਦੂ ਰਾਜਿਆਂ ਨੇ ਕੀ ਕੀਤਾ, ਅਨੰਦਪੁਰ ਸਾਹਿਬ ਦੇ ਕਿਲੇ ਦੇ ਅੰਦਰ ਆਟੇ ਦੀ ਗਊ ਬਣਾ ਕੇ ਭੇਜੀ। ਕਹਿਣ ਲੱਗੇ ਕਿ ਅਸੀਂ ਇਸ ਗਊ ਦੀ ਕਸਮ ਖਾਂਦੇ ਹਾਂ, ਤੁਸੀਂ ਕਿਲੇ ਨੂੰ ਖਾਲੀ ਕਰਕੇ ਚਲੇ ਜਾਓ। ਇੱਕ ਵਾਰੀ ਕਿਲੇ ਨੂੰ ਖਾਲੀ ਕਰ ਦਿਓ, ਮੁੜ ਕੇ ਇੱਥੇ ਆ ਕੇ ਵਸ ਜਾਣਾ, ਕਿਉਂਕਿ ਅਸੀਂ ਬਾਦਸ਼ਾਹ ਨੂੰ ਮੂੰਹ ਵਿਖਾਉਣ ਯੋਗ ਰਹਿ ਜਾਾਂਗੇ। ਅਸੀਂ ਬਾਦਸ਼ਾਹ ਨੂੰ ਮੂੰਹ ਵਿਖਾਉਣ ਯੋਗ ਰਹਿ ਜਾਾਂਗੇ ਕਿ ਅਸੀਂ ਸਿੱਖਾਂ ਦੇ ਗੁਰੂ ਨੂੰ ਇਸ ਕਿਲੇ ਦੇ ਵਿੱਚੋਂ ਭੇਜਤਾ ਹੈ। ਇਸ ਨਾਲ ਸਾਡੀ ਲਾਜ ਰਹਿ ਜਾਏਗੀ, ਸਾਡੀ ਪੱਤ ਰਹਿ ਜਾਏਗੀ। ਤੁਸੀਂ ਕਿਰਪਾ ਕਰੋ, ਇਸ ਕਿਲੇ ਨੂੰ ਖਾਲੀ ਕਰਕੇ ਚਲੇ ਜਾਓ। ਉਧਰੋਂ ਜੋ ਮੁਗਲ ਹਨ ਉਹ ਵੀ ਕੁਰਾਨ ਸ਼ਰੀਫ ਭੇਜੀ ਕਿਲੇ ਦੇ ਅੰਦਰ। ਕਹਿਣ ਲੱਗੇ ਅਸੀਂ ਕੁਰਾਨ ਦੀ ਕਸਮ ਖਾਣੇ ਹਾਂ ਕਿ ਤੁਸੀਂ ਇਸ ਕਿਲੇ ਨੂੰ ਖਾਲੀ ਕਰਕੇ ਇੱਥੋਂ ਚਲੇ ਜਾਓ। ਤੇ ਕਾਫੀ ਸਮਾਂ ਗੁਰੂ ਗੋਬਿੰਦ ਸਿੰਘ ਜੀ ਦੇ ਜੋ ਸਿੱਖ ਹਨ ਉਹ ਮੁਗਲਾਂ ਦੇ ਨਾਲ ਜੂਝਦੇ ਰਹਿੰਦੇ ਹਨ। ਮੁਗਲਾਂ ਤੋਂ ਡਰਦੇ ਨਹੀਂ, ਦੁਸ਼ਮਣਾਂ ਦੇ ਨਾਲ ਡਟ ਕੇ ਮੁਕਾਬਲਾ ਕਰਦੇ ਹਨ, ਉਹਨਾਂ ਦਾ ਸਾਹਮਣਾ ਕਰਦੇ ਹਨ। ਕਾਫੀ ਸਮਾਂ ਬੀਤਦਾ ਗਿਆ, ਕਾਫੀ ਸਮਾਂ ਗੁਜ਼ਰ ਗਿਆ। ਫਿਰ ਕੀ ਹੋਇਆ, ਬਹੁਤ ਸਾਰੇ ਸਿੱਖਾਂ ਨੇ ਭੁੱਖ ਤੋਂ ਤੰਗ ਆ ਕੇ ਗੁਰੂ ਸਾਹਿਬ ਜੀ ਨੂੰ ਵਧਾਵਾ ਵੀ ਲਿਖ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਨੂੰ ਵਧਾਵਾ ਵੀ ਲਿਖ ਦਿੱਤਾ। ਤੇ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਸਿੱਖਾਂ ਨੂੰ ਕਿ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤੇ ਚਲੇ ਜਾਓ, ਪਰ ਇਹ ਲਿਖ ਦਵੋ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੰਘ ਨਹੀਂ, ਕਿ ਅਸੀਂ ਤੇਰੇ ਸਿੰਘ ਨਹੀਂ ਤੇ ਤੂੰ ਸਾਡਾ ਗੁਰੂ ਨਹੀਂ। ਇਹ ਵਧਾਵੇ ਦੇ ਵਿੱਚ ਲਿਖ ਦਵੋ। ਉਹਨਾਂ ਸਿੰਘਾਂ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਉਸੇ ਤਰ੍ਹਾਂ ਹੀ ਸਿੰਘਾਂ ਨੇ ਕੀਤਾ, ਲਿਖ ਦਿੱਤਾ ਵਧਾਵੇ ਦੇ ਵਿੱਚ ਕਿ ਤੂੰ ਸਾਡਾ ਗੁਰੂ ਨਹੀਂ ਤੇ ਅਸੀਂ ਤੇਰੇ ਸਿੰਘ ਨਹੀਂ। ਸਤਿ ਸ੍ਰੀ ਅਕਾਲ। ਉਥੋਂ ਵਧਾਵਾ ਲੈ ਕੇ ਉਹ ਸਿੰਘ ਚਲੇ ਗਏ।
ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਇਹ ਸਿਖਾਤਾ। ਉਹ ਵਦਾਵਾ ਲਿਖ ਕੇ ਤੇ ਚਲੇ ਗਏ, ਪਰ ਸਾਨੂੰ ਸਮਝ ਦੇ ਕੇ, ਸੋਝੀ ਦੇ ਕੇ ਕਿ ਸੁੱਖਾਂ ਦੇ ਵਿੱਚ ਸਾਰੇ ਨੇੜੇ ਹੁੰਦੇ ਹਨ, ਪਰ ਦੁੱਖ ਦੇ ਸਮੇਂ ਕੋਈ ਨੇੜੇ ਨਹੀਂ ਲੱਗਦਾ। ਸੁਖ ਮੈਂ ਬਹੁਤ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਏ। ਆਓ ਇਸੇ ਹੀ ਸ਼ਬਦ ਦੀ ਵਿਆਖਿਆ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਬਣੇ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਬਣੇ। ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਬਣੇ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਖੜੇ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਖੜੇ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਬਣੇ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਬਣੇ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਖੜੇ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਬਣੇ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਬਣੇ। ਬਾਣੀ ਕਹਿੰਦੀ ਦੁੱਖਾਂ ਵਿੱਚ ਕੋਈ ਨਾ ਬਣੇ। ਸੋਚ ਲੈ ਦੁੱਖਾਂ ਵਿੱਚ ਕੋਈ ਨਾ ਬਣੇ। ਬਾਣੀ ਕਹਿੰਦੀ ਦੁੱਖਾਂ ਵਿੱਚ ਕੋਈ ਨਾ ਖੜੇ। ਦੁੱਖਾਂ ਵਿੱਚ ਕੋਈ ਨਾ ਬਣੇ। ਬਾਣੀ ਕਹਿੰਦੀ ਸੁੱਖਾਂ ਵਿੱਚ ਕੋਈ ਨਾ ਬਣੇ। ਸੋਚ ਲੈ ਸੁੱਖਾਂ ਵਿੱਚ ਕੋਈ ਨਾ ਬਣੇ। ਬਾਣੀ ਕਹਿੰਦੀ ਦੁੱਖਾਂ ਵਿੱਚ ਕੋਈ ਨਾ ਬਣੇ। ਸੋਚ ਲੈ ਦੁੱਖਾਂ ਵਿੱਚ ਕੋਈ ਨਾ ਬਣੇ। ਬਾਣੀ ਕਹਿੰਦੀ ਸੁੱਖਾਂ ਵਿੱਚ ਕੋਈ ਨਾ ਬਣੇ। ਸੋਚ ਲੈ ਸੁੱਖਾਂ ਵਿੱਚ ਕੋਈ ਨਾ ਬਣੇ। ਬਾਣੀ ਕਹਿੰਦੀ ਸੁੱਖਾਂ ਵਿੱਚ ਕੋਈ ਨਾ ਬਣੇ। ਸੋਚ ਲੈ ਸੁੱਖਾਂ ਵਿੱਚ ਕੋਈ ਨਾ ਬਣੇ। ਤੇਰੇ ਦੁੱਖਾਂ ਵਿੱਚ ਕੋਈ ਨਾ ਬਣੇ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਬਣੇ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਖੜੇ। ਉਹ ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਬਣੇ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਬਣੇ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਬਣੇ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਬਣੇ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਬਣੇ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਖੜੇ। ਤੇਰੇ ਸੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ
ਕੋਈ ਨਾ ਬਣੇ। ਤੇਰੇ ਦੁੱਖਾਂ ਦੇ ਸੰਗੀ ਨੇ ਸਾਰੇ, ਦੁੱਖਾਂ ਵਿੱਚ ਕੋਈ ਨਾ ਬਣੇ। ਉਸ ਸਮੇਂ ਕੁਝ ਸਿੰਘਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਵਧਾਵਾ ਲਿਖ ਦਿੱਤਾ। ਕਾਫੀ ਸਮਾਂ ਬੀਤ ਗਿਆ। ਜੋ ਕਿਲੇ ਦੇ ਵਿੱਚ ਸਿੰਘ ਸੀ ਉਹਨਾਂ ਦੇ ਸਰੀਰ ਭੁੱਖ ਤੋਂ ਪਿਆਸ ਤੋਂ ਤੰਗ ਆ ਕੇ ਜੋ ਪਿੰਜਰ ਬਣ ਚੁੱਕੇ ਸਨ, ਸਰੀਰ ਪਿੰਜਰ ਬਣ ਗਏ। ਭੁੱਖ ਦੇ ਕਾਰਨ ਪਿਆਸ ਦੇ ਕਾਰਨ ਹੁਣ ਸਿੰਘਾਂ ਤੋਂ ਜੂਝਿਆ ਨਹੀਂ ਸੀ ਜਾਂਦਾ। ਫੌਜਾਂ ਦੇ ਨਾਲ ਮੁਕਾਬਲਾ ਨਹੀਂ ਸੀ ਕੀਤਾ ਜਾਂਦਾ। ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਕੁਝ ਸਿੰਘ ਕਹਿਣ ਲੱਗੇ, ਗੁਰੂ ਜੀ ਆਪਾਂ ਕਿਲਾ ਖਾਲੀ ਕਰਕੇ ਚਲੇ ਜਾਈਏ, ਆਪਾਂ ਕਿਲੇ ਨੂੰ ਛੱਡ ਦਈਏ। ਹਿੰਦੂ ਰਾਜੇ ਗਊ ਦੀਆਂ ਕਸਮਾਂ ਖਾ ਰਹੇ ਨੇ, ਮੁਗਲ ਕੁਰਾਨ ਦੀਆਂ ਕਸਮਾਂ ਚੱਕ ਰਹੇ ਨੇ, ਆਪਾਂ ਕਿਲੇ ਨੂੰ ਖਾਲੀ ਕਰ ਦਿੰਨੇ ਹਾਂ। ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ, ਉਹ ਸਿੰਘੋ ਇਹਨਾਂ ਦੀਆਂ ਝੂਠੀਆਂ ਕਸਮਾਂ ਦਾ ਇਤਬਾਰ ਨਾ ਕਰੋ। ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀਆਂ ਕਸਮਾਂ ਤੇ ਵਿਸ਼ਵਾਸ ਰੱਖ ਕੇ, ਪਰ ਉਹ ਜੋ ਹਿੰਦੂ ਸੀ, ਜੋ ਮੁਗਲ ਸੀ, ਉਹਨਾਂ ਨੇ ਆਪਣੀਆਂ ਕਸਮਾਂ ਦਾ ਭਰੋਸਾ ਨਾ ਰੱਖਿਆ। ਉਹ ਭਰੋਸਾ ਤੋੜਤਾ। ਪਰ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੀਆਂ ਕਸਮਾਂ ਤੇ ਭਰੋਸਾ ਕਰ ਲਿਆ। ਸਿੰਘਾਂ ਦੇ ਕਹਿਣ ਤੇ ਪਤਾ ਸੀ ਕਿ ਇਹ ਝੂਠੀਆਂ ਕਸਮਾਂ ਚੱਕਦੇ ਹਨ, ਪਰ ਫਿਰ ਵੀ ਜਦੋਂ ਕੁਰਾਨ ਦੀਆਂ ਕਸਮਾਂ ਖਾਣ ਲੱਗੇ, ਉਧਰੋਂ ਸਿੰਘ ਵੀ ਕਹਿਣ ਲੱਗੇ, ਹਿੰਦੂ ਗਊ ਦੀਆਂ ਕਸਮਾਂ ਖਾ ਰਹੇ ਸੀ ਗੁਰੂ ਜੀ। ਫਿਰ ਸਿੰਘਾਂ ਦੇ ਕਹਿਣ ਤੇ ਜੋ ਆਨੰਦਪੁਰ ਸਾਹਿਬ ਦਾ ਕਿਲਾ ਸੀ ਉਹ ਛੱਡਣ ਨੂੰ ਤਿਆਰ ਹੋ ਗਏ। ਮੰਨ ਗਏ। ਸਵੇਰ ਹੋਈ, 6 ਪੋਹ ਦਾ ਦਿਨ ਚੜਿਆ। ਜੋ ਆਨੰਦਪੁਰ ਸਾਹਿਬ ਦਾ ਕਿਲਾ ਸੀ, ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਜੀ ਦਾ ਸਾਰਾ ਪਰਿਵਾਰ ਉਹ ਕਿਲਾ ਛੱਡਣ ਲੱਗਿਆ। ਜਦੋਂ ਛੱਡ ਕੇ ਚੱਲਣ ਲੱਗਿਆ, ਕਹਿੰਦੇ ਕਿ ਉਸ ਸਮੇਂ ਜੋ ਆਨੰਦਪੁਰ ਸਾਹਿਬ ਦੀ ਧਰਤੀ ਹੈ, ਲੱਗਦਾ ਕਿ ਉਹ ਅੱਜ ਰੋ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਅੱਗੇ ਪੁਕਾਰਾਂ ਕਰ ਰਹੀ ਹੈ। ਆਖਦੀ ਹੈ ਕਿ ਤੁਹਾਡੇ ਆਉਣ ਦੇ ਨਾਲ ਹੀ ਇਸ ਸ਼ਹਿਰ ਦੇ ਵਿੱਚ ਰੌਣਕਾਂ ਸਨ, ਤੁਹਾਡੇ ਆਉਣ ਦੇ ਨਾਲ ਹੀ ਇਸ ਸ਼ਹਿਰ ਦੇ ਵਿੱਚ ਖੁਸ਼ਹਾਲੀ ਆਈ। ਤੁਹਾਡੇ ਲਾਲ ਜਦੋਂ ਗਲੀਆਂ ਦੇ ਵਿੱਚ ਖੇਡਦੇ ਸਨ, ਤੁਹਾਡੇ ਲਾਲਾਂ ਦੇ ਨਾਲ ਹੀ ਗਲੀਆਂ ਦੇ ਵਿੱਚ ਰੌਣਕ ਸੀ। ਤੁਹਾਡੇ ਪਰਿਵਾਰ ਦੇ ਨਾਲ ਹੀ ਇਸ ਧਰਤੀ ਨੂੰ ਭਾਗ ਲੱਗੇ ਸਨ। ਤੁਸੀਂ ਪਟਨਾ ਸਾਹਿਬ ਦੀ ਧਰਤੀ ਛੱਡੀ, ਮੁੜ ਕੇ ਉੱਥੇ ਨਹੀਂ ਗਏ। ਪੌਂਟਾ ਸਾਹਿਬ ਛੱਡਿਆ, ਮੁੜ ਕੇ ਉੱਥੇ ਨਹੀਂ ਗਏ। ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕਿ ਹੁਣ ਤੁਸੀਂ ਵਾਪਸ ਮੁੜ ਕੇ ਕਦੋਂ ਆਵੋਗੇ। ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਅਸੀਂ ਤੇ ਮੁੜ ਕੇ ਨਹੀਂ ਆਉਣਾ, ਪਰ ਸਾਡਾ ਪੰਥ ਖਾਲਸਾ ਰਹਿੰਦੀ ਦੁਨੀਆ ਦੇ ਤੱਕ ਇੱਥੇ ਨਿਵਾਸ ਕਰੇਗਾ, ਇੱਥੇ ਰਹੇਗਾ। ਪਰ ਤੇਰੀ ਇਸ ਧਰਤੀ ਨੂੰ ਇਸੇ ਤਰ੍ਹਾਂ ਹੀ ਭਾਗ ਲੱਗੇ ਰਹਿਣਗੇ। ਚੜ੍ਹਦੀ ਕਲਾ ਦੇ ਵਿੱਚ ਇੱਥੇ ਸਿੰਘ ਰਹਿਣਗੇ। ਸਾਡਾ ਪੰਥ ਖਾਲਸਾ ਹਮੇਸ਼ਾ ਹੀ ਇਸ ਧਰਤੀ ਤੇ ਨਿਵਾਸ ਕਰੇਗਾ। ਤੂੰ ਹਮੇਸ਼ਾ ਹੀ ਵਸਦੀ ਰਵੇਂਗੀ, ਹਮੇਸ਼ਾ ਵਾਸਤੇ ਇਹ ਧਰਤੀ ਆਬਾਦ ਰਵੇਗੀ। ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਕੀ ਜਵਾਬ ਦਿੰਦੇ ਹਨ?
ਤੂੰ ਵਸਦੀ ਰਹਿ ਆਨੰਦਪੁਰੀਏ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਵਸਦੀ ਰਹਿ ਆਨੰਦਪੁਰੀਏ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਤੂੰ ਵਸਦੀ ਰਹਿ ਆਨੰਦਪੁਰੀਏ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਤੂੰ ਵਸਦੀ ਰਹਿ ਆਨੰਦਪੁਰੀਏ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਤੂੰ ਵਸਦੀ ਰਹਿ ਆਨੰਦਪੁਰੀਏ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਵਸਦੀ ਰਹਿ ਆਨੰਦਪੁਰੀਏ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਵਸਦੀ ਰਹਿ ਆਨੰਦਪੁਰੀਏ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਵਸਦੀ ਰਹਿ ਆਨੰਦਪੁਰੀਏ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਤੂੰ ਵਸਦੀ ਰਹਿ ਆਨੰਦਪੁਰੀਏ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਤੂੰ ਵਸਦੀ ਰਹਿ ਆਨੰਦਪੁਰੀਏ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਤੂੰ ਵਸਦੀ ਰਹਿ ਆਨੰਦਪੁਰੀਏ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਵਸਦੀ ਰਹਿ ਆਨੰਦਪੁਰੀਏ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਛੋੜ ਚੱਲੇ ਮੁੜ ਆਉਣਾ ਨਹੀਂ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਛੋੜ ਚੱਲੇ ਮੁੜ ਆਉਣਾ ਨਹੀਂ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। 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 ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਵਸਦੀ ਰਹਿ ਆਨੰਦਪੁਰੀਏ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਵਸਦੀ ਰਹਿ ਆਨੰਦਪੁਰੀਏ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਤੂੰ ਵਸਦੀ ਰਹਿ ਆਨੰਦਪੁਰੀਏ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਵਸਦੀ ਰਹਿ ਆਨੰਦਪੁਰੀਏ, ਛੋੜ ਚੱਲੇ ਮੁੜ ਆਉਣਾ। ਤੂੰ ਵਸਦੀ ਰਹਿ ਆਨੰਦਪੁਰੀਏ, ਅਸੀਂ ਛੋੜ ਚੱਲੇ ਮੁੜ ਆਉਣਾ। ਵਸਦੀ ਰਹਿ ਆਨੰਦਪੁਰੀਏ, ਅਸੀਂ ਛੋੜ ਚੱਲੇ ਮੁੜ ਆਉਣਾ ਨਹੀਂ। ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਕੀਰਤਪੁਰ ਸਾਹਿਬ ਵੱਲ ਨੂੰ ਵਧੇ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਦੂਰੋਂ ਹੀ ਕੀਰਤਪੁਰ ਸਾਹਿਬ ਨੂੰ ਨਮਸਕਾਰ ਕੀਤੀ। ਸੀਸ ਝੁਕਾ ਕੇ ਨਮਸਕਾਰ ਕਰਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅੱਗੇ ਚੱਲੇ। ਗੁਰੂ ਜੀ ਦਾ ਪਰਿਵਾਰ ਵੀ ਨਾਲ ਹੈ, ਸਿੰਘ ਵੀ ਨਾਲ ਹਨ, ਚਾਰ ਸਾਹਿਬਜ਼ਾਦੇ ਵੀ ਨਾਲ ਹਨ ਗੁਰੂ ਗੋਬਿੰਦ ਸਿੰਘ ਜੀ ਦੇ। ਚੱਲਦੇ ਹੋਏ ਸਰਸਾ ਵੱਲ ਨੂੰ ਵਧੇ। ਜਦੋਂ ਵੇਖਦੇ ਹਨ ਕਿ ਅੱਗੇ ਜੋ ਸਰਸਾ ਨਦੀ ਹੈ ਉਹ ਨੱਕੋ ਨੱਕ ਵਗ ਰਹੀ ਹੈ, ਪਿੱਛੇ ਜੋ ਮੁਗਲ ਫੌਜ ਹੈ ਉਹ ਚੜ ਕੇ ਆ ਰਹੀ ਹੈ। ਮੁਗਲ ਫੌਜ ਪਿੱਛੇ ਚੜ ਕੇ ਆ ਰਹੀ ਹੈ, ਜੋ ਸਰਸਾ ਹੈ ਉਹ ਅੱਗੇ ਨੱਕੋ ਨੱਕ ਵਗ ਰਹੀ ਹੈ। ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਸਿੰਘੋ ਭੁੱਖ ਲੱਗੀ ਹੈ। ਭਾਈ ਦਇਆ ਸਿੰਘ ਜੀ ਹੱਥ ਜੋੜ ਕੇ ਕਹਿਣ ਲੱਗੇ ਗੁਰੂ ਜੀ ਅੱਗੇ ਜੋ ਸਰਸਾ ਹੈ ਉਹ ਨੱਕੋ ਨੱਕ ਵਗ ਰਹੀ ਹੈ, ਪਿੱਛੇ ਜੋ ਮੁਗਲ ਫੌਜ ਹੈ ਉਹ ਚੜ ਕੇ ਹੱਲਾ ਬੋਲ ਰਹੀ ਹੈ। ਹੁਣ ਛਕਣ ਛਕਾਉਣ ਨੂੰ ਤੇ ਕਿੱਥੋਂ ਲੈ ਕੇ ਆਈਏ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਨੂੰ ਜਵਾਬ ਦਿੱਤਾ, ਉਹ ਦਇਆ ਸਿੰਘ ਮੈਨੂੰ ਭੋਜਨ ਦੀ ਭੁੱਖ ਨਹੀਂ ਲੱਗੀ, ਮੈਨੂੰ ਭਜਨ ਦੀ ਭੁੱਖ ਲੱਗੀ ਹੈ। ਆਸਾ ਦੀ ਵਾਰ ਦਾ ਟਾਈਮ ਹੋਇਆ ਹੈ, ਤੁਸੀਂ ਆਸਾ ਦੀ ਵਾਰ ਦਾ ਦੀਵਾਨ ਸਜਾਓ, ਆਸਾ ਦੀ ਵਾਰ ਦਾ ਕੀਰਤਨ ਕਰੋ। ਤੇ ਨਾਲ ਹੀ ਕੁਝ ਸਿੰਘਾਂ ਨੂੰ ਹੁਕਮ ਕੀਤਾ ਕਿ ਤੁਸੀਂ ਮੁਗਲ ਫੌਜ ਦਾ ਮੁਕਾਬਲਾ ਕਰੋ। ਉਸ ਸਮੇਂ ਕੁਝ ਸਿੰਘ ਮੁਗਲ ਫੌਜ ਦਾ ਮੁਕਾਬਲਾ ਕਰਦੇ ਹਨ।
ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਵੱਡੇ ਲਾਲਾਂ ਨੂੰ ਕਿਹਾ ਕਿ ਲਾਲੋ, ਅੱਜ ਤੁਸੀਂ ਕੀਰਤਨ ਕਰਨਾ ਹੈ, ਮੈਂ ਤੁਹਾਨੂੰ ਸੁਣਾਂਗਾ। ਅੱਜ ਉਹ ਆਖਰੀ ਘੜੀ ਸੀ ਜਿਸ ਘੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਬਹਿ ਕੇ ਅੱਜ ਇਕੱਠਾ ਕੀਰਤਨ ਕਰਦਾ ਹੈ। ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਆਪਣੇ ਲਾਲਾਂ ਨੂੰ ਕੀਰਤਨ ਕਰਦੇ ਹੋਏ ਵੇਖਦੇ ਹਨ ਤੇ ਨਾਲ ਹੀ ਮਨੋ ਮਣੀ ਪਰਮਾਤਮਾ ਦੇ ਅੱਗੇ ਅਰਦਾਸਾਂ ਵੀ ਕਰਦੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੇਰੇ ਲਾਲਾਂ ਨੂੰ ਮੈਂ ਫਿਰ ਇਸੇ ਤਰ੍ਹਾਂ ਕੀਰਤਨ ਕਰਦਿਆਂ ਹੋਇਆਂ ਨਹੀਂ ਵੇਖਣਾ। ਅੱਜ ਸਮਾਂ ਹੈ ਮੈਂ ਆਪਣੇ ਲਾਲਾਂ ਨੂੰ ਇਸ ਤਰ੍ਹਾਂ ਕੀਰਤਨ ਕਰਦਿਆਂ ਹੋਇਆਂ ਵੇਖ ਰਿਹਾ ਹਾਂ, ਸੁਣ ਰਿਹਾ ਹਾਂ ਤੇ ਨਾਲ ਹੀ ਬੜੇ ਹੀ ਖੁਸ਼ ਹੁੰਦੇ ਹਨ। ਉਧਰ ਜਦੋਂ ਆਸਾ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਹੋਈ, ਗੁਰੂ ਗੋਬਿੰਦ ਸਿੰਘ ਜੀ ਨੇ ਅਰਦਾਸ ਕੀਤੀ। ਅਰਦਾਸ ਕਰਨ ਤੋਂ ਉਪਰੰਤ ਨਾਲ ਹੀ ਹੁਕਮ ਕੀਤਾ ਕਿ ਸਰਸਾ ਨਦੀ ਨੂੰ ਪਾਰ ਕੀਤਾ ਜਾਵੇ। ਫਿਰ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਤੇ ਸਿੰਘ ਸਰਸਾ ਨਦੀ ਨੂੰ ਪਾਰ ਕਰਦੇ ਨੇ। ਕੁਝ ਸਿੰਘ ਉਸ ਸਮੇਂ ਸਰਸਾ ਨੂੰ ਪਾਰ ਕਰਦੇ ਹੋਏ ਵਿੱਚ ਹੀ ਰੁੜ ਜਾਂਦੇ ਨੇ, ਪਰ ਦੂਰੋਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਫਤਿਹ ਬੁਲਾਉਂਦੇ ਨੇ। ਤੇ ਅੱਜ ਸਰਸਾ ਦੇ ਵਿੱਚ ਹੀ ਜੋ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਰਚਿਆ ਹੋਇਆ ਇਤਿਹਾਸ ਹੈ, ਇਤਿਹਾਸਿਕ ਗ੍ਰੰਥ ਹਨ, ਜੋ ਉਹਨਾਂ ਦੀਆਂ ਲਿਖਤਾਂ ਹਨ, ਉਹ ਵੀ ਸਰਸਾ ਦੇ ਵਿੱਚ ਹੀ ਰੁੜ ਗਈਆਂ। ਤੇ ਉਸੇ ਹੀ ਸਰਸਾ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਜੋ ਪਰਿਵਾਰ ਹੈ ਉਹ ਖੇਰੂ ਖੇਰੂ ਹੋ ਗਿਆ। ਸਰਸਾ ਦੇ ਕੰਢੇ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ। ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦੇ ਇੱਕ ਪਾਸੇ, ਗੁਰੂ ਗੋਬਿੰਦ ਸਿੰਘ ਜੀ ਤੇ ਵੱਡੇ ਸਾਹਿਬਜ਼ਾਦੇ ਕੁਝ ਸਿੰਘ ਉਹ ਇੱਕ ਪਾਸੇ। ਕੁਝ ਸਿੰਘ ਸਰਸਾ ਦੇ ਵਿੱਚ ਹੀ ਰੁੜ ਗਏ। ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਾਹਿਬਜ਼ਾਦਿਆਂ ਨੂੰ ਲੈ ਕੇ ਤੇ ਕੁਝ ਸਿੰਘਾਂ ਨੂੰ ਲੈ ਕੇ ਅੱਗੇ ਵਧੇ। ਜੋ ਭਾਈ ਦਇਆ ਸਿੰਘ ਜੀ ਹਨ, ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗੇ ਕਿ ਗੁਰੂ ਜੀ, ਜੇ ਤੁਸੀਂ ਆਖਦੇ ਹੋ ਮੈਂ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਲੱਭ ਕੇ ਲੈ ਕੇ ਆਵਾਂ। ਗੁਰੂ ਗੋਬਿੰਦ ਸਿੰਘ ਜੀ ਭਾਈ ਦਇਆ ਸਿੰਘ ਜੀ ਨੂੰ ਕਹਿਣ ਲੱਗੇ, ਦਇਆ ਸਿੰਘ ਜੀ, ਇਹ ਆਖਰੀ ਸਮਾਂ ਹੀ ਸੀ, ਤੁਸੀਂ ਉਹਨਾਂ ਦੇ ਦਰਸ਼ਨ ਕਰ ਲਏ, ਤੁਹਾਨੂੰ ਉਹਨਾਂ ਨੇ ਨਹੀਂ ਮਿਲਣਾ। ਫਿਰ ਗੁਰੂ ਗੋਬਿੰਦ ਸਿੰਘ ਜੀ ਸਿੰਘ ਅੱਗੇ ਵਧੇ। ਰਸਤੇ ਦੇ ਵਿੱਚ ਜਦੋਂ ਰਸਤੇ ਦੇ ਵਿੱਚ ਗਏ, ਉੱਥੇ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਬਹੁਤ ਹੀ ਪਿਆਰ ਕਰਨ ਵਾਲਾ ਕੋਟਲੇ ਦਾ ਨਿਹੰਗ ਖਾ ਰਹਿੰਦਾ ਸੀ। ਵੇਖੋ ਜੋ ਹੱਲਾ ਬੋਲ ਰਹੇ ਨੇ, ਚੜ ਕੇ ਆ ਰਹੇ ਨੇ, ਉਹਨਾਂ ਦੇ ਨਾਮ ਦੇ ਪਿੱਛੇ ਵੀ ਖਾਣ ਲੱਗਿਆ ਹੈ, ਖਾਣ ਲੱਗਿਆ ਹੈ। ਤੇ ਜੋ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਦੇ ਹਨ, ਉਹ ਵੀ ਇੱਕ ਮੁਸਲਿਮ ਪਰਿਵਾਰ ਦੇ ਨਾਲ ਸੰਬੰਧਿਤ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਹਵੇਲੀ ਦਾ ਦਰਵਾਜ਼ਾ ਖੜਕਾਇਆ ਨਾ, ਉਹਨੇ ਹੰਗ ਖਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਤੱਕ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋਇਆ। ਗੁਰੂ ਗੋਬਿੰਦ ਸਿੰਘ ਜੀ ਨੂੰ ਕਹਿਣ ਲੱਗਿਆ ਕਿ ਗੁਰੂ ਜੀ, ਤੁਸੀਂ ਮੇਰੇ ਘਰ ਚੱਲ ਕੇ ਆਇਓ, ਮੇਰੀ ਹਵੇਲੀ ਦੇ ਵਿੱਚ ਆਇਓ,
ठहरो मैं तुहाडे वास्ते भोजन बना के लैके आउंदा हां, तानू जल पानी छकाउंदा हां। पर गुरु गोबिंद सिंह जी उस निहंग खां नूं कहण लगे, साडे ते मुगल फौज हल्ला बोल रही है, चढ़ के आ रही है, कोई पता नहीं किस समय हल्ला बोल दवे, इस नाल तेरी हवेली दा नुकसान भी हो सकता है, तेरे घर दा नुकसान भी हो सकता है, तेरा भी नुकसान हो सकता है। ओ निहंग खां जो प्यार दे नाल भरिया सी, गुरु गोबिंद सिंह जी नूं कहण लगा, गुरु जी जे तुहाडे आउण दे नाल मेरी इस हवेली दा नुकसान हुंदा है, मैं लखां ही हवेलियां तुहाडे चरनां दे विच भेट करदा हां। वेखो इन्ना ज्यादा प्यार करदा सी गुरु गोबिंद सिंह जी नूं। कुछ समा गुरु गोबिंद सिंह जी उस दी हवेली दे विच ठहरे, अगे वधे, चमकौर साहब दी धरती आई, उत्थे एक बाग दे विच गुरु गोबिंद सिंह जी ने डेरा कीता। जदों उत्थों दी धरती दियां रहण वालियां संगतां नूं पता लगदा है कि गुरु गोबिंद सिंह जी इस धरती ते आए हन, कि सिखां दे गुरु इस धरती ते उन्हां दे सिंह इस धरती ते आए हन, संगतां बहुत ज्यादा खुश हुंदियां हन, गुरु जी दे दर्शन करन वास्ते भी आउंदियां हन। जदों ये गल उत्थों दे रहण वाले बुद्धि चंद नूं पता लगी, ਉਹ ਵੀ गुरु गोबिंद सिंह जी पास आया, नाल ही गुरु गोबिंद सिंह जी नूं मत्था टेक के आखदा है कि गुरु जी मेरी एक कच्ची हवेली है, तुसी किन्ना समा हो गया है भुखे हो प्यासे हो, आराम नहीं कीता, मेरी हवेली है, तुसी उस दे विच जाके ठहरो, उस दे विच जाके आराम करो। फिर गुरु गोबिंद सिंह जी उस प्यारे दी बेनती नूं सुन के उन्हूं मन के उस दी हवेली दे विच गए। ਸਿੰਘਾਂ ਨੂੰ हुक्म कीता कि तुसी हवेली दा दरवाजा खोलो। आप गुरु जी हवेली दे बाहर खड़ के खंजर कढ़िया, उस कच्ची गड़ी दे विच मारिया, उस कच्ची गड़ी दे विचों खंजर दे नाल मिट्टी पुट के उस नूं अपने हत्थां दे विच लैके सब तो पहला मसलिया, मसल के फिर फूक मारी। भाई दया सिंह जी भी नाल सी, कहन लगे कि गुरु जी इस दे विच की राज है। ते गुरु गोबिंद सिंह जी कहन लगे, ओ सिंगा मैं बहुत लंबे समय तो इस मिट्टी दी उडीक दे विच सी, मैं काफी लंबे समय तो इस धरती दी उडीक दे विच सी जिथे मेरे लाला ने भारी परचियां नूं पास करना है, जिथे मेरे लाला ने शहीदियां प्राप्त करनियां हन। फिर गुरु गोबिंद सिंह जी आप गढ़ी दे विच गए ते नाल ही ਸਿੰਘਾਂ ਨੂੰ हुक्म करदे हन कि ਸਿੰਘੋ अज तुसी आराम करो, मैं पहरा देआंगा। सारे सिंह आराम करदे ने, एक हन गुरु गोबिंद सिंह जी जो गढ़ी दे विच कल्ले जागदे हन। गुरु गोबिंद सिंह जी उस समय गढ़ी दे विच कल्ले हन जो जागदे हन। एक एक सिंह कोल गए
ਸਿੰਘਾਂ ਦੇ ਜ਼ਖਮਾਂ ਨੂੰ ਸਾਫ਼ ਕਰਦੇ ਨੇ। ਜਿਸ ਸਿੰਘ ਦੀ ਕੇਸਕੀ ਢਿੱਲੀ ਹੈ ਉਸ ਨੂੰ ਸੈੱਟ ਕਰਦੇ ਹਨ, ਉਸ ਨੂੰ ਕੱਸਦੇ ਹਨ। ਚਲਦੇ ਚਲਦੇ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਕੋਲ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਕੋਲ ਗਏ, ਵੇਖਿਆ ਕਿ ਅੱਜ ਦੋਵੇਂ ਇਕੱਠੇ ਪਏ ਹਨ। ਦੋਵਾਂ ਦੇ ਮੁਖ ਤੇ ਹੱਥ ਫੇਰਿਆ ਤੇ ਨਾਲ ਹੀ ਉਸ ਪਰਮਾਤਮਾ ਅੱਗੇ ਅਰਦਾਸ ਕੀਤੀ, ਬੇਨਤੀ ਕੀਤੀ ਕਿ ਪਰਮਾਤਮਾ ਸਵੇਰੇ ਮੇਰੇ ਲਾਲਾਂ ਤੇ ਬਹੁਤ ਹੀ ਭਾਰੀ ਪਰਚੇ ਪੈਣੇ ਹਨ, ਇਹਨਾਂ ਦੇ ਇਮਤਿਹਾਨ ਹੋਣੇ ਹਨ। ਕਿਰਪਾ ਕਰੋ ਕਿ ਇਹ ਸਵੇਰੇ ਜੰਗ ਦੇ ਮੈਦਾਨ ਦੇ ਵਿੱਚ ਵੱਧ ਤੋਂ ਵੱਧ ਤਸੀਹੇ ਖਾ ਕੇ, ਵੱਧ ਤੋਂ ਵੱਧ ਤੀਰ ਖਾ ਕੇ ਸ਼ਹੀਦੀਆਂ ਪ੍ਰਾਪਤ ਕਰਨ। ਸਤਿ ਸ੍ਰੀ ਅਕਾਲ। ਕਿ ਇਹ ਵੱਧ ਤੋਂ ਵੱਧ ਤੀਰ ਖਾਣ ਤੇ ਸ਼ਹੀਦੀਆਂ ਪ੍ਰਾਪਤ ਕਰਨ। ਸਵੇਰ ਹੋਈ, ਉਧਰ ਮੁਗਲ ਫੌਜ ਨੇ ਵੀ ਹਵੇਲੀ ਨੂੰ ਘੇਰਾ ਪਾ ਲਿਆ। ਉਸ ਸਮੇਂ 10 ਲੱਖ ਫੌਜ ਸੀ ਜਿਸ ਨੇ ਉਸ ਕੱਚੀ ਗੜੀ ਨੂੰ ਘੇਰਾ ਪਾਇਆ ਸੀ। ਚਾਰੇ ਪਾਸੇ ਫੌਜ ਨੇ ਘੇਰਾ ਪਾ ਲਿਆ। ਸਿੰਘ ਵੇਖਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਕਿ ਗੁਰੂ ਜੀ, ਮੁਗਲ ਫੌਜ ਵੀ ਗੜੀ ਨੂੰ ਘੇਰਾ ਪਾਇਆ ਹੈ, ਚੜ ਕੇ ਆ ਗਈ ਹੈ। ਕਾਫੀ ਭਾਰੀ ਗਿਣਤੀ ਦੇ ਵਿੱਚ ਜੋ ਫੌਜੀ ਹਨ, ਜੋ ਮੁਕਾਬਲਾ ਕਰਨ ਵਾਸਤੇ ਸਿਪਾਹੀ ਪਹੁੰਚੇ ਹਨ। ਗੁਰੂ ਗੋਬਿੰਦ ਸਿੰਘ ਜੀ ਨੇ ਵੇਖਿਆ ਤੇ ਕੁਝ ਜੋ ਮੁਗਲ ਅਧਿਕਾਰੀ ਹਨ, ਜੋ ਸੈਨਿਕ ਹਨ, ਉਹ ਕੱਚੀ ਗੜੀ ਦੀਆਂ ਕੰਧਾਂ ਨੂੰ ਪੌੜੀਆਂ ਲਾ ਕੇ ਗੜੀ ਦੇ ਉੱਪਰ ਚੜ ਰਹੇ ਹਨ, ਕਿਉਂਕਿ ਉਹ ਸੋਚਦੇ ਸੀ ਕਿ ਜੋ ਸਿੰਘ ਹਨ ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ। ਜੋ ਸਿੰਘ ਇਸ ਗੜੀ ਦੇ ਵਿੱਚ ਲੁਕੇ ਹਨ ਉਹਨਾਂ ਦੀ ਗਿਣਤੀ ਥੋੜੀ ਹੈ, ਅਸੀਂ ਉਹਨਾਂ ਨੂੰ ਜਾ ਕੇ ਫੜ ਲਾਂਗੇ, ਉਹਨਾਂ ਨੂੰ ਫੜ ਕੇ ਗੜੀ ਦੇ ਵਿੱਚੋਂ ਕੱਢ ਲਾਂਗੇ। ਇਸ ਕਰਕੇ ਉਹ ਸਭ ਤੋਂ ਪਹਿਲਾਂ ਪੌੜੀਆਂ ਦੇ ਉੱਪਰ ਚੜੇ, ਵੇਖਣ ਵਾਸਤੇ ਕਿ ਕਿੰਨੇ ਕੁ ਸਿੰਘ ਹਨ, ਕਿੰਨੀ ਕੁ ਗਿਣਤੀ ਹੈ। ਕਹਿੰਦੇ ਕਿ ਸਭ ਤੋਂ ਪਹਿਲਾਂ ਪੌੜੀ ਦੇ ਉੱਪਰ ਨਾਹਰ ਖਾਂ ਚੜਿਆ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਵੇਖਿਆ ਕਿ ਨਾਹਰ ਖਾਂ ਆ ਰਿਹਾ ਹੈ, ਉਸਨੇ ਆਪਣਾ ਸਿਰ ਕੰਧ ਦੇ ਉੱਪਰ ਕੱਢਿਆ। ਗੁਰੂ ਗੋਬਿੰਦ ਸਿੰਘ ਜੀ ਨੇ ਸਿੱਧਾ ਹੀ ਉਸ ਦੇ ਮੱਥੇ ਦੇ ਵਿੱਚ ਤੀਰ ਮਾਰਿਆ। ਜਦੋਂ ਤੀਰ ਮੱਥੇ ਦੇ ਵਿੱਚ ਵੱਜਿਆ, ਧਰਤੀ ਦੇ ਹੇਠਾਂ ਡਿੱਗਿਆ ਆ ਕੇ। ਫਿਰ ਇੱਕ ਦੋ ਹੋਰ ਸਿਪਾਹੀ ਚੜੇ, ਇਸੇ ਤਰ੍ਹਾਂ ਹੀ ਕੀਤਾ। ਜਦੋਂ ਤੀਰਾਂ ਦੀ ਕਮੀ ਆਉਂਦੀ ਦਿਖੀ, ਅਸਤਰਾਂ ਦੀ ਕਮੀ ਆਉਂਦੀ ਵਿਖੀ, ਉਸ ਸਮੇਂ ਸਿੰਘ ਵੀ ਬੇਨਤੀ ਕਰਨ ਲੱਗੇ, ਗੁਰੂ ਜੀ ਅਸਤਰਾਂ ਦੀ ਗਿਣਤੀ ਵੀ ਘਟ ਗਈ ਹੈ, ਥੋੜੇ ਰਹਿ ਗਏ ਹਨ। ਫਿਰ ਗੁਰੂ ਗੋਬਿੰਦ ਸਿੰਘ ਜੀ ਗੜੀ ਤੋਂ ਹੇਠਾਂ ਆਏ। ਹੇਠਾਂ ਆ ਕੇ ਫਿਰ ਆਪ ਗੁਰੂ ਗੋਬਿੰਦ ਸਿੰਘ ਜੀ ਨੇ 8 ਸਿੰਘਾਂ ਦੇ ਜਥੇ ਬਣਾਏ। ਆਪਣੇ ਵਿੱਚ ਸਿੱਖ ਪੰਥ ਦੇ ਮਹਾਨ ਰਤਨ, ਪੰਥ ਰਤਨ ਬਾਬਾ ਰਣਜੀਤ ਸਿੰਘ ਜੀ ਖਾਲਸਾ ਪਹੁੰਚ ਚੁੱਕੇ ਹਨ। ਉਹਨਾਂ ਦਾ ਇੱਥੇ ਆਉਣ ਤੇ ਬਹੁਤ ਬਹੁਤ ਧੰਨਵਾਦ। ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਇੱਕ ਜਕਾਰਾ ਲਾਇਆ ਜਾਵੇ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਸਮੇਂ 8 ਸਿੰਘਾਂ ਦੇ ਜਥੇ ਬਣਾਏ। ਉਹ ਮੁਗਲ ਫੌਜ ਦੇ ਨਾਲ ਲੜਨ ਵਾਸਤੇ, ਜੂਝਣ ਵਾਸਤੇ। ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਹਿੰਮਤ ਸਿੰਘ ਜੀ ਦੀ ਅਗਵਾਈ ਹੇਠ ਪਹਿਲਾ ਜਥਾ ਭੇਜਿਆ। ਪਹਿਲਾ ਜਥਾ ਗਿਆ ਜੰਗ ਦੇ ਮੈਦਾਨ ਦੇ ਵਿੱਚ।
ਕਿੰਨਾ ਸਮਾਂ ਜੂਝਦਾ ਰਿਹਾ। ਗੁਰੂ ਗੋਬਿੰਦ ਸਿੰਘ ਜੀ ਗੜੀ ਦੇ ਉੱਪਰ ਖੜੇ ਹੋ ਕੇ ਵੇਖਦੇ ਹਨ। ਜਦੋਂ ਸਿੰਘ ਸ਼ਹੀਦੀਆਂ ਪ੍ਰਾਪਤ ਕਰਦੇ ਹਨ, ਗੁਰੂ ਗੋਬਿੰਦ ਸਿੰਘ ਜੀ ਬਹੁਤ ਹੀ ਜ਼ਿਆਦਾ ਖੁਸ਼ ਹੁੰਦੇ ਹਨ। ਜਦੋਂ ਉਹ 8 ਸਿੰਘ ਸ਼ਹੀਦੀਆਂ ਪ੍ਰਾਪਤ ਕਰ ਗਏ, ਫਿਰ ਕੀ ਕੀਤਾ? ਗੁਰੂ ਗੋਬਿੰਦ ਸਿੰਘ ਜੀ ਨੇ ਦੂਸਰਾ ਜਥਾ ਤਿਆਰ ਕੀਤਾ। ਉਸ ਜਥੇ ਨੂੰ ਥਾਪੜਾ ਦੇ ਕੇ ਆਪਣੇ ਹੱਥੀ ਤੋਰਿਆ। ਉਹ ਜਥਾ ਗਿਆ, ਉਹ ਵੀ ਸ਼ਹੀਦੀ ਪ੍ਰਾਪਤ ਕਰ ਗਿਆ। ਗੁਰੂ ਗੋਬਿੰਦ ਸਿੰਘ ਜੀ ਹੁਣ ਤੀਸਰਾ ਜੋ ਜਥਾ ਹੈ ਉਹ ਤਿਆਰ ਕਰਨ ਲੱਗੇ। ਐਨੇ ਨੂੰ ਭਾਈ ਅਜੀਤ ਸਿੰਘ ਜੀ, ਜੋ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਹਨ, ਸਾਹਿਬਜ਼ਾਦਾ ਅਜੀਤ ਸਿੰਘ ਜੀ ਆਏ। ਆ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਬੇਨਤੀ ਕਰਨ ਲੱਗੇ ਕਿ ਪਿਤਾ ਜੀ, ਮੇਰਾ ਵੀ ਜੀ ਕਰਦਾ ਹੈ ਮੈਂ ਵੀ ਜੰਗ ਦੇ ਮੈਦਾਨ ਦੇ ਵਿੱਚ ਜਾਵਾਂ, ਮੈਂ ਵੀ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦੀ ਪ੍ਰਾਪਤ ਕਰਾਂ। ਗੁਰੂ ਗੋਬਿੰਦ ਸਿੰਘ ਜੀ ਬਹੁਤ ਜ਼ਿਆਦਾ ਖੁਸ਼ ਹੋਏ ਜਦੋਂ ਅਜੀਤ ਸਿੰਘ ਦੇ ਮੂੰਹ ਦੇ ਵਿੱਚੋਂ ਇਹ ਗੱਲ ਸੁਣੀ, ਤੇ ਨਾਲ ਹੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਬੜੇ ਹੀ ਪਿਆਰ ਦੇ ਨਾਲ ਤੇ ਬੜੇ ਹੀ ਚਾਵਾਂ ਦੇ ਨਾਲ ਕਲਗੀ ਸਜਾਉਂਦੇ ਹਨ, ਦਸਤਾਰ ਸਜਾਉਂਦੇ ਹਨ, ਸ਼ਾਸਤਰਾਂ ਬਾਸ਼ਤਰਾਂ ਦੇ ਨਾਲ ਸਜਾਉਂਦੇ ਹਨ, ਕਿਉਂਕਿ ਉਹਨਾਂ ਨੂੰ ਪਤਾ ਹੈ ਅੱਜ ਮੇਰੇ ਲਾਲ ਨੇ ਲਾੜੀ ਮੌਤ ਨੂੰ ਵਿਆਹਣ ਵਾਸਤੇ ਜਾਣਾ ਹੈ। ਅੱਜ ਮੇਰੇ ਲਾਲ ਨੇ ਲਾੜੀ ਮੌਤ ਨੂੰ ਵਿਆਹਣਾ ਹੈ, ਇਸ ਨੇ ਮੁੜ ਕੇ ਨਹੀਂ ਆਉਣਾ, ਇਸ ਨੇ ਮੁੜ ਕੇ ਵਾਪਸ ਨਹੀਂ ਆਉਣਾ। ਉਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਲਾਲ ਨੂੰ ਤਿਆਰ ਕਰਦੇ ਹਨ, ਜਿਸ ਤਰ੍ਹਾਂ ਅੱਜ ਦੇ ਪਿਓ ਆਪਣੇ ਪੁੱਤਰ ਦੇ ਵਿਆਹ ਸਮੇਂ ਉਸ ਦੇ ਕਲਗੀ ਸਜਾਉਂਦੇ ਹਨ, ਉਸ ਨੂੰ ਦਸਤਾਰ ਸਜਾਉਂਦੇ ਹਨ, ਬੜੇ ਹੀ ਚਾਵਾਂ ਦੇ ਨਾਲ ਉਸ ਨੂੰ ਤਿਆਰ ਕਰਦੇ ਹਨ। ਇਸੇ ਤਰ੍ਹਾਂ ਹੀ ਅੱਜ ਗੁਰੂ ਗੋਬਿੰਦ ਸਿੰਘ ਜੀ ਵੀ ਆਪਣੇ ਲਾਲ ਨੂੰ ਬੜੇ ਹੀ ਪਿਆਰ ਦੇ ਨਾਲ ਤੇ ਬੜੇ ਹੀ ਚਾਵਾਂ ਦੇ ਨਾਲ ਤਿਆਰ ਕਰਦੇ ਹਨ। ਤਿਆਰ ਕਰਕੇ ਬੜੀ ਹੀ ਰੀਝ ਦੇ ਨਾਲ ਵੇਖਿਆ, ਕਿਉਂਕਿ ਪਤਾ ਸੀ ਅੱਜ ਦਾ ਵਿਛੜਿਆ ਮੁੜ ਕੇ ਨਹੀਂ ਮਿਲਣਾ। ਥਾਪੜਾ ਦੇ ਕੇ ਜੰਗ ਦੇ ਮੈਦਾਨ ਦੇ ਵਿੱਚ ਤੋਰਿਆ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਪਿਓ ਆਪਣੇ ਪੁੱਤਰ ਨੂੰ ਵਿਆਹਣ ਵਾਸਤੇ ਘੋੜੀ ਚੜਾਉਂਦਾ ਹੋਵੇ, ਉਸ ਦੀ ਜੰਜ ਚੜ੍ਹਦੀ ਹੋਵੇ। ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਵੱਡੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਭੇਜਦੇ ਹਨ। ਜੰਜ ਚੜੀ ਸ਼ਹੀਦਾਂ ਦੀ ਸੰਗ ਤੇ ਬਨ ਕੇ ਮੌਤ ਦੇ ਗਾਨੇ, ਜੰਜ ਚੜੀ ਸ਼ਹੀਦਾਂ ਦੀ ਸੰਗ ਤੇ ਬਨ ਕੇ ਮੌਤ ਦੇ ਗਾਨੇ, ਜੰਜ ਚੜੀ ਸ਼ਹੀਦਾਂ ਦੀ ਸੰਗ ਤੇ ਬਨ ਕੇ ਮੌਤ ਦੇ ਗਾਨੇ, ਜੰਜ ਚੜੀ ਸ਼ਹੀਦਾਂ ਦੀ ਸੰਗ ਤੇ ਬਨ ਕੇ ਮੌਤ ਦੇ ਗਾਨੇ, ਸ਼ਹੀਦਾਂ ਦੀ ਸੰਗ ਤੇ ਬਨ ਕੇ ਮੌਤ ਦੇ ਗਾਨੇ, ਜੜੀ ਸ਼ਹੀਦਾਂ ਦੀ
ਵਿੱਚ ਤੋਰਿਆ। ਆਪ ਗੁਰੂ ਗੋਬਿੰਦ ਸਿੰਘ ਜੀ ਗੜੀ ਤੋਂ ਵੇਖਦੇ ਹਨ। ਸਾਹਿਬਜ਼ਾਦਾ ਅਜੀਤ ਸਿੰਘ ਜੀ ਜੰਗ ਦੇ ਮੈਦਾਨ ਦੇ ਵਿੱਚ ਮੁਗਲਾਂ ਦੇ ਨਾਲ ਜੂਝੇ, ਕਾਫੀ ਸਮਾਂ ਲੜੇ, ਪਰ ਜਦੋਂ ਹੱਥ ਦੇ ਵਿੱਚ ਤਲਵਾਰ ਨਾ ਰਹੀ, ਉਸ ਸਮੇਂ ਕੀ ਕੀਤਾ ਕਿ ਫੌਜ ਨੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਆਲੇ ਦੁਆਲਿਓਂ ਘੇਰਾ ਪਾ ਲਿਆ। ਘੇਰਾ ਪਾ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਛਾਤੀ ਦੇ ਵਿੱਚ ਤੀਰ ਮਾਰੇ, ਛਾਤੀ ਨੂੰ ਤੀਰਾਂ ਦੇ ਨਾਲ ਵਿੰਨ੍ਹਤਾ ਤੇ ਗੁਰੂ ਗੋਬਿੰਦ ਸਿੰਘ ਜੀ ਉਧਰ ਆਪਣੇ ਲਾਲ ਨੂੰ ਖੜੇ ਹੋਏ ਵੇਖਦੇ ਨੇ ਤੇ ਬੜੇ ਹੀ ਜ਼ਿਆਦਾ ਖੁਸ਼ ਹੁੰਦੇ ਨੇ। ਤੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਜਦੋਂ ਛਾਤੀ ਦੇ ਵਿੱਚ ਤੀਰ ਖਾ ਕੇ ਧਰਤੀ ਤੇ ਡਿੱਗਦਿਆਂ ਹੋਇਆਂ ਵੇਖਿਆ ਤੇ ਗੜੀ ਦੇ ਉੱਪਰੋਂ ਬਹੁਤ ਹੀ ਉੱਚੀ ਆਵਾਜ਼ ਦੇ ਵਿੱਚ ਜਕਾਰਾ ਛੱਡਿਆ, ਪੁੱਤਰ ਸ਼ਹੀਦੀ ਪ੍ਰਾਪਤ ਕਰ ਗਿਆ। ਜੋ ਸਿੰਘ ਹਨ ਉਹ ਵੀ ਸ਼ਹੀਦ ਹੋ ਗਏ। ਫਿਰ ਗੁਰੂ ਗੋਬਿੰਦ ਸਿੰਘ ਜੀ ਬੜੇ ਹੀ ਚਾਵਾਂ ਦੇ ਨਾਲ ਗੜੀ ਤੋਂ ਹੇਠਾਂ ਆਏ। ਚੌਥਾ ਜਥਾ ਤਿਆਰ ਕਰਨ ਲੱਗੇ, ਐਨੇ ਨੂੰ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਆ ਗਏ। ਕਹਿਣ ਲੱਗੇ ਕਿ ਪਿਤਾ ਜੀ ਤੁਸੀਂ ਕਾਣੀ ਵੰਡ ਕੀਤੀ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਦੱਸੋ ਲਾਲ ਜੀ ਮੈਂ ਕਿਹੜੀ ਕਾਣੀ ਵੰਡ ਕੀਤੀ ਹੈ। ਕਹਿਣ ਲੱਗੇ ਕਿ ਪਿਤਾ ਜੀ ਸ਼ਾਸਤਰ ਵਿਦਿਆ ਦਿੱਤੀ ਦੋਵਾਂ ਇਕੱਠਿਆਂ ਨੂੰ, ਜੇਕਰ ਕੋਈ ਕੰਮ ਕਰਨ ਵਾਸਤੇ ਦੱਸਿਆ ਦੋਨਾਂ ਨੂੰ ਦੱਸਿਆ, ਜੇਕਰ ਪੜ੍ਹਾਈ ਕਰਵਾਈ ਦੋਵਾਂ ਨੂੰ ਇਕੱਠੀ ਕਰਵਾਈ, ਘੋੜਸਵਾਰੀ ਸਿਖਾਈ ਦੋਵਾਂ ਨੂੰ ਇਕੱਠਿਆਂ ਸਿਖਾਈ। ਪਰ ਅੱਜ ਜਦੋਂ ਸ਼ਹੀਦੀ ਪ੍ਰਾਪਤ ਕਰਨ ਦੀ ਵਾਰੀ ਆਈ ਹੈ, ਤੁਸੀਂ ਇਕੱਲੇ ਨੂੰ ਹੀ ਤੋਰ ਦਿੱਤਾ, ਮੈਨੂੰ ਨਹੀਂ ਬੁਲਾਇਆ। ਕਹਿਣ ਲੱਗੇ ਕਿ ਪਿਤਾ ਜੀ ਮੈਂ ਵੀ ਜੰਗ ਦੇ ਮੈਦਾਨ ਦੇ ਵਿੱਚ ਜਾਣਾ ਹੈ, ਆਪਣੇ ਵੀਰ ਵਾਂਗੂ ਜੂਝ ਕੇ ਸ਼ਹੀਦੀ ਪ੍ਰਾਪਤ ਕਰਨੀ ਹੈ, ਆਪਣੇ ਵੀਰ ਵਾਂਗੂ ਮੁਗਲਾਂ ਦਾ ਮੁਕਾਬਲਾ ਕਰਨਾ ਹੈ। ਕਿਰਪਾ ਕਰੋ ਮੈਨੂੰ ਵੀ ਜੰਗ ਦੇ ਮੈਦਾਨ ਦੇ ਵਿੱਚ ਤੋਰੋ। ਗੁਰੂ ਗੋਬਿੰਦ ਸਿੰਘ ਜੀ ਆਪਣੇ ਲਾਲ ਨੂੰ ਵੇਖ ਕੇ ਬੜਾ ਹੀ ਜ਼ਿਆਦਾ ਖੁਸ਼ ਹੋਏ, ਪ੍ਰਸੰਨ ਹੋਏ। ਉਸੇ ਤਰ੍ਹਾਂ ਹੀ ਤਿਆਰ ਕੀਤਾ ਜਿਸ ਤਰ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਤਿਆਰ ਕੀਤਾ ਸੀ। ਜਿਸ ਤਰ੍ਹਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਦਸਤਾਰ ਸਜਾਈ, ਕਲਗੀ ਸਜਾਈ, ਉਸੇ ਤਰ੍ਹਾਂ ਹੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੂੰ ਵੀ ਤਿਆਰ ਕੀਤਾ। ਜੰਗ ਦੇ ਮੈਦਾਨ ਦੇ ਵਿੱਚ ਤੋਰਨ ਲੱਗੇ, ਨਾਲ ਹੀ ਕਿਹਾ ਕਿ ਜੁਝਾਰ ਸਿੰਘ ਜੀ ਮੈਂ ਤੁਹਾਨੂੰ ਤੀਰਾਂ ਦੀ ਛਾਂ ਹੇਠ ਜੰਗ ਦੇ ਮੈਦਾਨ ਵਿੱਚ ਤੋਰਾਂਗਾ, ਤੁਹਾਨੂੰ ਤੀਰਾਂ ਦੀ ਛਾਂ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਤੋਰਾਂਗਾ। ਕਿਆ ਕਿ ਆਪਣੇ ਭਰਾ ਤੋਂ 10 ਕਦਮ ਅੱਗੇ ਵੱਧ ਕੇ ਸ਼ਹੀਦੀ ਪ੍ਰਾਪਤ ਕਰਨੀ। ਜਦੋਂ ਗੜੀ ਦਾ ਦਰਵਾਜ਼ਾ ਖੋਲਣ ਲੱਗੇ, ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਜੀ ਗੜੀ ਦੇ ਉੱਪਰ ਚੜੇ, ਗੜੀ ਦਾ ਦਰਵਾਜ਼ਾ ਖੋਲਿਆ। ਗੁਰੂ ਗੋਬਿੰਦ ਸਿੰਘ ਜੀ ਆਪਣੇ ਪੁੱਤਰ ਨੂੰ ਤੀਰਾਂ ਦੀ ਛਾਂ ਹੇਠ ਭੇਜਦੇ ਨੇ, ਭਾਵ ਕਿ ਜਿਹੜਾ ਵੀ ਕੋਈ ਮੁਗਲ ਅਧਿਕਾਰੀ ਅੱਗੇ ਵਧਦਾ ਹੈ ਜੁਝਾਰ ਸਿੰਘ ਜੀ ਤੇ ਤੀਰ ਮਾਰਨ ਵਾਸਤੇ, ਉਹਨਾਂ ਤੇ ਵਾਰ ਕਰਨ ਵਾਸਤੇ, ਉਸ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਗੜੀ ਦੇ ਉੱਪਰੋਂ ਤੀਰ ਦੇ ਨਾਲ ਵਿੰਨ੍ਹਦੇ ਹਨ, ਛਾਤੀ ਦੇ ਵਿੱਚ ਸਿੱਧਾ ਤੀਰ ਮਾਰਦੇ ਹਨ। ਉਸੇ ਤਰ੍ਹਾਂ ਹੀ ਹੋਇਆ।
ਜੋ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਸੀ ਉਹ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੋਂ 10 ਕਦਮ ਅੱਗੇ ਵੱਧ ਕੇ ਮੁਗਲਾਂ ਦੇ ਨਾਲ ਜੂਝਿਆ। ਸਭ ਤੋਂ ਪਹਿਲਾਂ ਉਹਨਾਂ ਦੀ ਛਾਤੀ ਦੇ ਵਿੱਚ ਤੀਰ ਵੱਜਿਆ, ਫਿਰ ਵੀ ਨਹੀਂ ਡੋਲੇ। ਜਦੋਂ ਛਾਤੀ ਨੂੰ ਤੀਰਾਂ ਦੇ ਨਾਲ ਵਿੰਨ ਦਿੱਤਾ, ਉਸ ਸਮੇਂ ਉਹ ਧਰਤੀ ਤੇ ਡਿੱਗ ਪਏ। ਆਪ ਗੁਰੂ ਗੋਬਿੰਦ ਸਿੰਘ ਜੀ ਆਪਣੇ ਲਾਲ ਨੂੰ ਗੜੀ ਦੇ ਉੱਪਰੋਂ ਤੱਕਦੇ ਨੇ, ਵੇਖਿਆ ਕਿ ਛਾਤੀ ਹੈ ਉਹ ਤੀਰਾਂ ਦੇ ਨਾਲ ਵਿੰਨੀ ਗਈ ਹੈ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਆਪਣੇ ਪਿਤਾ ਵੱਲ ਹੱਥ ਜੋੜ ਕੇ ਫਤਿਹ ਬੁਲਾਈ ਤੇ ਉਧਰੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਉੱਚੀ ਉੱਚੀ ਜਕਾਰੇ ਲਾਉਣ ਲੱਗੇ। ਉੱਪਰੋਂ ਗੜੀ ਤੋਂ ਖੜੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੁੱਤਰ ਨੂੰ ਵੇਖ ਕੇ ਬੜੀ ਹੀ ਉੱਚੀ ਆਵਾਜ਼ ਦੇ ਵਿੱਚ ਜਕਾਰੇ ਲਾਉਂਦੇ ਹਨ। ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ। ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ। ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ। ਵਾਹ 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 ਬੋਲੇ ਸੀ ਜਕਾਰੇ ਗੁਰਾਂ ਨੇ। ਵਾਹ 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 ਬੋਲੇ ਸੀ ਜਕਾਰੇ ਗੁਰਾਂ ਨੇ। ਵਾਹ 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 ਬੋਲੇ ਸੀ ਜਕਾਰੇ ਗੁਰਾਂ ਨੇ। ਵਾਹ 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 ਬੋਲੇ ਸੀ ਜਕਾਰੇ ਗੁਰਾਂ ਨੇ। ਵਾਹ 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 ਬੋਲੇ ਸੀ ਜਕਾਰੇ ਗੁਰਾਂ ਨੇ। ਵਾਹ 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 ਬੋਲੇ ਸੀ ਜਕਾਰੇ ਗੁਰਾਂ ਨੇ। ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ। ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ। ਸੋਹਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਬੋਲੇ ਸੀ ਜਕਾਰੇ ਗੁਰਾਂ ਨੇ। ਸੋਹਣੇ ਨੂੰ ਸ਼ਹੀਦ ਹੁੰਦਿਆਂ ਵੇਖ ਕੇ ਉਹ ਬੋਲੇ ਸੀ ਜਕਾਰੇ ਸਿੰਘਾਂ ਨੇ। ਆਪਣੇ ਲਾਲ ਨੂੰ ਸ਼ਹੀਦ ਹੁੰਦਿਆਂ ਵੇਖਿਆ ਗੁਰੂ ਗੋਬਿੰਦ ਸਿੰਘ ਜੀ ਬੜੇ ਹੀ ਜ਼ਿਆਦਾ ਖੁਸ਼ ਹੋਏ। ਉਧਰ ਯੁੱਧ ਸੀ ਉਹ ਸਮਾਪਤ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਨੂੰ ਕਹਿਣ ਲੱਗੇ ਕਿ ਸਿੰਘੋ, ਸਵੇਰੇ ਮੈਂ ਜੰਗ ਦੇ ਮੈਦਾਨ ਦੇ ਵਿੱਚ ਜਾਵਾਂਗਾ, ਸ਼ਹੀਦੀ ਪ੍ਰਾਪਤ ਕਰਾਂਗਾ। ਭਾਈ ਦਇਆ ਸਿੰਘ ਜੀ ਕਹਿਣ ਲੱਗੇ ਗੁਰੂ ਜੀ ਤੁਸੀਂ ਤੇ ਮਿੱਟੀ ਦੇ ਢੇਲਿਆਂ ਵਿੱਚ ਵੀ ਜਾਨ ਪਾ ਸਕਦੇ ਹੋ।
ਉਹਨਾਂ ਤੋਂ ਵੀ ਸਿੰਘ ਬਣਾ ਸਕਦੇ ਹੋ, ਪਰ ਸਾਡੇ ਵਰਗੇ ਲੱਖਾਂ ਹੀ ਰਲ ਕੇ ਤੁਹਾਡੇ ਵਰਗਾ ਗੁਰੂ ਨਹੀਂ ਬਣਾ ਸਕਦੇ। ਤੁਸੀਂ ਕਿਰਪਾ ਕਰੋ ਇਹ ਗੜੀ ਨੂੰ ਛੱਡ ਕੇ ਚਲੇ ਜਾਓ। ਗੁਰੂ ਗੋਬਿੰਦ ਸਿੰਘ ਜੀ ਪਹਿਲਾਂ ਤੇ ਨਾ ਮੰਨੇ, ਫਿਰ ਕਹਿਣ ਲੱਗੇ ਗੁਰੂ ਜੀ ਅੰਮ੍ਰਿਤ ਦੀ ਦਾਤ ਦੇਣ ਸਮੇਂ ਤੁਸੀਂ ਕਿਹਾ ਸੀ ਕਿ ਜੋ ਵੀ ਤੁਸੀਂ ਹੁਕਮ ਕਰੋਗੇ ਮੈਂ ਤੁਹਾਡਾ ਹੁਕਮ ਮੰਨਾਂਗਾ। ਅਸੀਂ ਹੁਕਮ ਕਰਦੇ ਹਾਂ, ਤੁਸੀਂ ਇਸ ਗੜੀ ਨੂੰ ਛੱਡ ਕੇ ਚਲੇ ਜਾਓ। ਫਿਰ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਦੇ ਹੁਕਮ ਨੂੰ ਮੰਨ ਕੇ ਗੜੀ ਛੱਡਣ ਵਾਸਤੇ ਤਿਆਰ ਹੋ ਗਏ। ਜੋ ਆਪਣੇ ਸੀਸ ਦੀ ਕਲਗੀ ਸੀ ਉਸ ਨੂੰ ਉਤਾਰ ਕੇ ਭਾਈ ਸੰਗਤ ਸਿੰਘ ਜੀ ਦੇ ਸਿਰ ਤੇ ਸਜਾਈ ਤੇ ਨਾਲ ਹੀ ਕਿਹਾ ਕਿ ਮੈਂ ਰਾਜ ਤੇ ਪਹਿਲਾਂ ਹੀ ਸਿੱਖ ਕੌਮ ਨੂੰ ਦੇ ਚੁੱਕਾ ਹਾਂ, ਅੱਜ ਤੋਂ ਇਹ ਤਾਜ ਵੀ ਤੁਹਾਡਾ। ਰਾਜ ਤੇ ਪਹਿਲਾਂ ਹੀ ਤੁਹਾਨੂੰ ਦੇ ਦਿੱਤਾ ਤੇ ਅੱਜ ਤੋਂ ਇਹ ਤਾਜ ਵੀ ਤੁਹਾਡਾ ਹੈ। ਫਿਰ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਮੈਂ ਲੁਕ ਕੇ ਨਹੀਂ ਲਲਕਾਰ ਕੇ ਜਾਵਾਂਗਾ। ਤੇ ਨਾਲ ਹੀ ਉੱਥੇ ਖੜ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਹੈ, ਜੇ ਕਿਸੇ 'ਚ ਹਿੰਮਤ ਹੈ ਤਾਂ ਫੜ ਲਵੋ, ਜੇ ਕਿਸੇ 'ਚ ਹਿੰਮਤ ਹੈ ਤਾਂ ਆ ਕੇ ਫੜ ਲਵੇ। ਗੁਰੂ ਗੋਬਿੰਦ ਸਿੰਘ ਜੀ ਆਪਣੇ ਚਰਨਾਂ ਦਾ ਜੋੜਾ ਉਤਾਰ ਕੇ ਉੱਥੋਂ ਚੱਲ ਪਏ। ਜੋੜਾ ਤਾਂ ਉਤਾਰਿਆ ਸੀ ਕਿਉਂਕਿ ਜੰਗ ਦੇ ਮੈਦਾਨ ਦੇ ਵਿੱਚ ਕਾਫੀ ਸਿੰਘ ਵੀ ਸ਼ਹੀਦ ਹੋਏ ਸੀ। ਕਿਤੇ ਉਹਨਾਂ ਦੇ ਕੇਸਾਂ ਨੂੰ ਲੱਗ ਕੇ ਕੇਸਾਂ ਦੀ ਬੇਅਦਬੀ ਨਾ ਹੋ ਜਾਵੇ, ਉਹ ਜੋੜਾ ਉਤਾਰਿਆ। ਫਿਰ ਗੁਰੂ ਗੋਬਿੰਦ ਸਿੰਘ ਜੀ ਉਸ ਗੜੀ ਤੋਂ ਚੱਲ ਪਏ। ਵੇਖੋ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗਾ ਨਾ ਹੀ ਕੋਈ ਇਸ ਦੁਨੀਆ ਤੇ ਹੋਇਆ ਹੈ ਤੇ ਨਾ ਹੀ ਕਿਸੇ ਨੇ ਹੋਣਾ ਹੈ। ਉਹਨਾਂ ਦਾ ਦੇਣਾ ਕਿੱਥੇ ਜਿਨ੍ਹਾਂ ਨੇ ਆਪਣਾ ਪਰਿਵਾਰ ਨਹੀਂ ਰੱਖਿਆ, ਪਰਿਵਾਰ ਸਿੱਖ ਕੌਮ ਦੀ ਖਾਤਰ ਵਾਰ ਦਿੱਤਾ। ਕਿਉਂਕਿ ਉਹ ਜੋ ਰੂਹ ਸੀ ਉਹ ਪਰਮਾਤਮਾ ਦੁਆਰਾ ਭੇਜੀ ਹੋਈ ਇੱਕ ਅਗੰਮੀ ਰੂਹ ਸੀ। ਇਸ ਕਰਕੇ ਨਾ ਹੀ ਦੁਬਾਰ ਤੋਂ ਉਸ ਸਿੱਖ ਵਰਗਾ, ਉਸ ਗੁਰੂ ਵਰਗਾ ਕੋਈ ਪੈਦਾ ਨਹੀਂ ਹੋਇਆ ਤੇ ਨਾ ਹੀ ਹੋ ਸਕਦਾ ਹੈ, ਕਿਉਂਕਿ ਪਰਮਾਤਮਾ ਨੇ ਉਸ ਅਗੰਮੀ ਰੂਹ ਨੂੰ ਆਪ ਧਰਤੀ ਤੇ ਭੇਜਿਆ। ਉਸ ਨੀਲੇ ਵਰਗੇ ਦੀ ਕੋਈ ਰੀਸ ਨਹੀਂ ਕਰ ਸਕਦਾ, ਉਸ ਵਰਗਾ ਕੋਈ ਬਣ ਨਹੀਂ ਸਕਦਾ। ਮੇਰੇ ਨੀਲੇ ਵਾਲੇ ਸ਼ਹਿਨशाह ਤੂੰ ਜੋਤ ਅਗੰਮੀ, ਨੀਲੇ ਵਾਲੇ ਸ਼ਹਿਨशाह ਤੂੰ ਜੋਤ ਅਗੰਮੀ, ਜੋਤ ਅਗੰਮੀ। ਮੇਰੇ ਨੀਲੇ ਵਾਲੇ ਸ਼ਹਿਨशाह ਤੂੰ ਜੋਤ ਅਗੰਮੀ ਮਾਵਾ, ਨੀਲੇ ਵਾਲੇ ਸ਼ਹਿਨशाह ਤੂੰ ਜੋਤ ਅਗੰਮੀ, ਜੋਤ ਅਗੰਮੀ। ਤੇਰੇ ਵਰਗਾ ਪੁੱਤ ਕੋਈ ਜੰਮ ਲਵੇ, ਤੇਰੇ ਵਰਗਾ ਪੁੱਤ ਕੋਈ ਜੰਮ ਲਵੇ, ਮਾਂ ਅਜੇ ਨਾ ਜੰਮੀ। ਵਰਗਾ ਪੁੱਤ ਕੋਈ ਜੰਮ ਲਵੇ, ਮਾਂ ਅਜੇ ਨਾ ਜੰਮੀ, ਅਜੇ ਨਾ ਜੰਮੀ। ਤੇਰੇ ਵਰਗਾ ਪੁੱਤਰ ਕੋਈ ਜੰਮ ਲਵੇ, ਮਾਂ ਅਜੇ ਨਾ ਜੰਮੀ। ਤੇਰੇ ਵਰਗਾ ਪੁੱਤਰ ਜੰਮ ਲਵੇ, ਮਾਂ ਅਜੇ ਨਾ ਜੰਮੀ, ਅਜੇ ਨਾ ਜੰਮੀ। ਮੇਰੇ ਨੀਲੇ ਵਾਲੇ ਸ਼ਹਿਨशाह ਤੂੰ ਨੀਲੇ ਵਾਲੇ ਸ਼ਹਿਨशाह ਤੂੰ ਜੋਤ ਅਗੰਮੀ। ਨੀਲੇ ਵਾਲੇ ਸ਼ਹਿਨशाह ਤੂੰ ਜੋਤ ਅਗੰਮੀ, ਜੋਤ ਅਗੰਮੀ। ਮੇਰੇ ਨੀਲੇ ਵਾਲੇ ਸ਼ਹਿਨशाह
ਜੋਤ ਅਗੰਮੀਆਂ ਨੀਲੇ ਵਾਲੇ ਸ਼ਹਿਨਸ਼ਾਹ ਤੂੰ ਜੋਤ ਅਗੰਮੀ ਜੋਤ ਅਗੰਮੀ ਲਾਜ ਧਰਮ ਦੀ ਰੱਖ ਲਈ ਲਾਜ ਧਰਮ ਦੀ ਰੱਖ ਲਈ ਤੇ ਸਿਰਾਂ ਦੀ ਥੰਮੀ ਲਾਜ ਧਰਮ ਦੀ ਰੱਖ ਲਈ ਤੇ ਸਿਰਾਂ ਦੀ ਥੰਮੀ ਹੁਣ ਲੱਜ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਲੱਜ ਧਰਮ ਦੀ ਰੱਖ ਲਈ ਦੇ ਸਿਰਾਂ ਦੀ ਥੰਮੀ ਸਿਰਾਂ ਦੀ ਥੰਮੀ ਸਾਧ ਸੰਗਤ ਜੀ ਆਪਾਂ ਸਭ ਨੇ ਗੱਲ ਕੀਤੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਉਹਨਾਂ ਦੀ ਸ਼ਹੀਦੀ ਦੀ ਗੱਲ ਹੋਵੇ ਉਹ ਆਪਣਾ ਇਤਿਹਾਸ ਸਿਰਜ ਗਏ ਰਹਿੰਦੀ ਦੁਨੀਆ ਤੱਕ ਉਹਨਾਂ ਦਾ ਇਤਿਹਾਸ ਗਾਇਆ ਜਾਏਗਾ ਦੁਨੀਆ ਤੱਕ ਇਤਿਹਾਸ ਬੋਲਿਆ ਜਾਏਗਾ ਆਪਾਂ ਬੋਲਿਆ ਵੀ ਹੈ ਪਰ ਆਪਾਂ ਆਪਣੇ ਮਨਾਂ ਵੱਲ ਝਾਤੀ ਮਾਰੀਏ ਕਿ ਅੱਜ ਆਪਾਂ ਆਪਣਾ ਇਤਿਹਾਸ ਕੀ ਬਣਾਇਆ ਹੈ ਆਪਾਂ ਵੇਖੀਏ ਕਿ ਆਪਾਂ ਆਪਣਾ ਇਤਿਹਾਸ ਕੀ ਬਣਾ ਰਹੇ ਹਾਂ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਖੜੇ ਮਨ ਨਹੀਂ ਡੋਲਿਆ ਚੜ੍ਹਦੀ ਕਲਾ 'ਚ ਰਹੇ ਉਹ ਡੋਲੇ ਨਹੀਂ ਚੜ੍ਹਦੀ ਕਲਾ ਦੇ ਵਿੱਚ ਰਹੇ ਇੱਕ ਸਿੱਖੀ ਦੀ ਖਾਤਰ ਆਪਾਂ ਉਹਨਾਂ ਦੇ ਇਤਿਹਾਸ ਦੀ ਗੱਲ ਤੇ ਕਰੀਏ ਪਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵਿੱਚ ਉਹ ਜਜ਼ਬਾ ਉਹ ਦ੍ਰਿੜਤਾ ਕਿੱਥੋਂ ਆਈ ਉਹ ਜਜ਼ਬਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵਿੱਚ ਕਿਵੇਂ ਆਇਆ ਵੀ ਭਾਈ ਤਾਰੂ ਸਿੰਘ ਜੀ ਨੇ ਆਪਣੀ ਖੋਪਰੀ ਲਹਾਲੀ ਉਹ ਖੋਪਰੀ ਲਹਾਉਣ ਵਾਲਾ ਜਜ਼ਬਾ ਭਾਈ ਤਾਰੂ ਸਿੰਘ ਜੀ 'ਚ ਕਿਵੇਂ ਆਇਆ ਉਹ ਖੋਪਰੀ ਲਹਾਉਣ ਵਾਲਾ ਜਜ਼ਬਾ ਭਾਈ ਤਾਰੂ ਸਿੰਘ ਜੀ ਵਿੱਚ ਕਿਵੇਂ ਆਇਆ ਉਸ ਤੋਂ ਬਾਅਦ ਉਹ ਖੋਪਰੀ ਲਹਾਉਣ ਦੀ ਗੱਲ ਨਹੀਂ ਹੋਈ ਤੇ ਮੁੜ ਕੇ ਭਾਈ ਤਾਰੂ ਸਿੰਘ ਜੀ ਵਰਗੇ ਨਹੀਂ ਜੰਮੇ ਕਿ ਸਾਹਿਬਜ਼ਾਦਾ ਅਜੀਤ ਸਿੰਘ ਜੀ ਵਰਗੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵਰਗੇ ਉਹਨਾਂ ਚਾਰ ਸਾਹਿਬਜ਼ਾਦਿਆਂ ਵਰਗੇ ਮੁੜ ਕੇ ਕਿਉਂ ਨਹੀਂ ਪੈਦਾ ਹੋਏ ਮਾਫ ਕਰਨਾ ਅੱਜ 3 ਸਾਲ ਦਾ ਬੱਚਾ ਗਾਣੇ ਕਿਵੇਂ ਗਾਉਣ ਲੱਗ ਪਿਆ ਭੰਗੜਾ ਕਿਵੇਂ ਪਾਉਣ ਲੱਗ ਪਿਆ ਅੱਜ ਘਰ ਘਰ ਐਕਟਰ ਕਿਉਂ ਜੰਮ ਪਏ ਜੇ ਸਾਹਿਬਜ਼ਾਦਿਆਂ ਤੋਂ ਪੁੱਛੀਏ ਸਾਹਿਬਜ਼ਾਦਿਓ ਤੁਹਾਡੇ 'ਚ ਇਹ ਦ੍ਰਿੜਤਾ ਉਹ ਜਜ਼ਬਾ ਕਿਵੇਂ ਆਇਆ ਆਪਾਂ ਨੂੰ ਜਵਾਬ ਪਤਾ ਕੀ ਦੇਣਗੇ ਉਹ ਸਿੱਖਾ ਸਾਡੇ ਪਿਤਾ ਨੇ ਸਾਨੂੰ ਬਾਣੀ ਬਹੁਤ ਪੜ੍ਹਾਈ ਸਾਡੇ ਪਿਤਾ ਨੇ ਸਾਨੂੰ ਗੁਰਬਾਣੀ ਦੇ ਸਿਧਾਂਤ ਦ੍ਰਿੜ ਕਰਵਾਏ ਦੱਸਿਆ ਕਿ ਸਰੀਰ ਦਾ ਮਰਨਾ ਮੌਤ ਨਹੀਂ ਜ਼ਮੀਰ ਦਾ ਮਰਨਾ ਹੀ ਮੌਤ ਹੈ ਦੱਸਿਆ ਜੇ ਸਿੱਖੀ ਹੈ ਤੇ ਸਭ ਕੁਝ ਹੈ ਜੇ ਸਿੱਖੀ ਨਹੀਂ ਤੇ ਕੁਝ ਵੀ ਨਹੀਂ ਇਹ ਸਾਡੇ ਪਿਤਾ ਨੇ ਸਾਨੂੰ ਦੱਸਿਆ ਸੀ ਤੇ ਆਪਾਂ ਪਤਾ ਕੀ
ਜਾਂਦੇ ਹੋ ਜਾਂ ਨਾਈ ਨੂੰ ਘਰ ਬੁਲਾਉਂਦੇ ਹੋ, ਉਸ ਸਮੇਂ ਆਪਣੀ ਸੁਰਤ ਨੂੰ ਸਰਹੰਦ ਵੱਲ ਲੈ ਕੇ ਜਾਇਆ ਕਰੋ। ਜਿੱਥੇ 4 ਸਾਲ ਦੇ 7 ਸਾਲ ਦੇ ਬੱਚਿਆਂ ਨੇ ਮੁਗਲਾਂ ਨੂੰ ਡਟ ਕੇ ਜਵਾਬ ਦਿੱਤਾ ਸੀ, ਸਾਡਾ ਸਿਰ ਜਾਵੇ ਸਾਨੂੰ ਕੋਈ ਪਰਵਾਹ ਨਹੀਂ, ਪਰ ਸਾਡਾ ਸਿੱਖੀ ਸਿਲਕ ਨਹੀਂ ਜਾਣਾ ਚਾਹੀਦਾ। ਇਹ ਜਵਾਬ ਦਿੱਤਾ ਸੀ ਉਹਨਾਂ ਨੇ ਨੀਹਾਂ ਦੇ ਵਿੱਚ ਖੜ ਕੇ। ਤੇ ਅੱਜ ਵੀ ਜੇਕਰ ਆਪਾਂ ਉੱਥੇ ਜਾਈਏ, ਅੱਜ ਵੀ ਸਾਨੂੰ ਉੱਥੇ ਇਹ ਹੀ ਗੂੰਜਾਂ ਸੁਣਾਈ ਦਿੰਦੀਆਂ ਹਨ। ਕਿਹੜੀਆਂ ਗੂੰਜਾਂ? ਉਹ ਸਿੱਖਾ ਤੈਨੂੰ ਜਿੰਨੇ ਮਰਜ਼ੀ ਤਸੀਹੇ ਦਿੱਤੇ ਜਾਣ, ਜਿੰਨੇ ਮਰਜ਼ੀ ਦੁੱਖ ਆ ਜਾਣ, ਤੁਸੀਂ ਆਪਣੇ ਕੇਸ ਕਤਲ ਨਾ ਕਰਵਾਇਓ। ਅੱਜ ਵੀ ਸਾਹਿਬਜ਼ਾਦੇ ਉੱਥੇ ਇਹ ਹੀ ਪੁਕਾਰਦੇ ਹਨ, ਜਿਹੜੇ ਵੀ ਦਰ ਤੇ ਆਉਂਦੇ ਹਨ, ਕੀ ਆਖਦੇ ਹਨ ਆਪਣੇ ਸਿੱਖਾਂ ਨੂੰ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਖੜ ਕੇ, ਸਿਰ ਦੇ ਦਿਓ ਧਰਮ ਨਾ ਛੱਡਿਓ, ਨੀਹਾਂ ਵਿੱਚੋਂ ਲਾਲ ਬੋਲਦੇ, ਸਿਰ ਦੇ ਦਿਓ ਧਰਮ ਨਾ ਛੱਡਿਓ, ਨੀਹਾਂ ਵਿੱਚੋਂ ਲਾਲ ਬੋਲਦੇ, ਸੀਸ ਦੇ ਦਿਓ ਧਰਮ ਨਾ ਛੱਡਿਓ, ਨੀਹਾਂ ਵਿੱਚ ਲਾਲ ਬੋਲਦੇ, ਸਿਰ ਦੇ ਦਿਓ ਧਰਮ ਨਾ ਛੱਡਿਓ, ਨੀਹਾਂ ਵਿੱਚ ਲਾਲ ਬੋਲਦੇ, ਸਿਰ ਦੇ ਦਿਓ ਧਰਮ ਨਾ ਛੱਡਿਓ, ਸਿਰ ਦੇ ਦਿਓ ਧਰਮ ਨਾ ਛੱਡਿਓ, ਨੀਹਾਂ ਵਿੱਚ ਲਾਲ ਬੋਲਦੇ, ਨੀਹਾਂ ਵਿੱਚੋਂ ਜੀ ਲਾਲ ਬੋਲਦੇ, ਨੀਹਾਂ ਵਿੱਚੋਂ ਲਾਲ ਬੋਲਦੇ, ਨੀਹਾਂ ਵਿੱਚੋਂ ਜੀ 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 ਲਾਲ ਬੋਲਦੇ, ਦੇ ਦਿਓ ਧਰਮ ਨਾ ਛੱਡਿਓ, ਨੀਹਾਂ ਵਿੱਚੋਂ ਲਾਲ ਬੋਲਦੇ, ਸਿਰ ਦੇ ਦਿਓ ਧਰਮ ਨਾ ਛੱਡਿਓ, ਨੀਹਾਂ ਵਿੱਚੋਂ ਲਾਲ ਬੋਲਦੇ, ਸਿਰ ਦੇ ਦਿਓ ਧਰਮ ਨਾ ਛੱਡਿਓ, ਨੀਹਾਂ ਵਿੱਚੋਂ ਲਾਲ ਬੋਲਦੇ, ਸਿਰ ਦੇ ਦਿਓ ਧਰਮ ਨਾ ਛੱਡਿਓ, ਨੀਹਾਂ ਵਿੱਚੋਂ ਲਾਲ ਬੋਲਦੇ, ਸਿਸ ਦੇ ਦਿਓ ਧਰਮ ਨਾ ਨੀਹਾਂ ਵਿੱਚੋਂ ਲਾਲ ਬੋਲਦੇ, ਸਿਸ ਦੇ ਦਿਓ ਧਰਮ ਨਾ ਛੱਡਿਓ, ਨੀਹਾਂ ਵਿੱਚੋਂ ਲਾਲ ਬੋਲਦੇ। ਇਹ ਅੱਜ ਵੀ ਜੇਕਰ ਆਪਾਂ ਸਰਹੰਦ ਜਾਂਦੇ ਹਾਂ, ਉੱਥੋਂ ਅੱਜ ਵੀ ਗੂੰਜਾਂ ਸੁਣਾਈ ਦਿੰਦੀਆਂ ਹਨ, ਪਰ ਉਹ ਗੂੰਜਾਂ ਨੂੰ ਸੁਣਨ ਵਾਲੇ ਸਾਨੂੰ ਕੰਨ ਚਾਹੀਦੇ ਹਨ। ਉਹ ਕੰਨ ਤਾਂ ਹੀ ਬਣਨਗੇ, ਤਾਂ ਹੀ ਆਪਾਂ ਨੂੰ ਉਹ ਗੂੰਜਾਂ ਸੁਣਾਈ ਦੇਣਗੀਆਂ, ਜੇਕਰ ਆਪਾਂ ਇੱਕ ਦੇ ਲੜ ਲੱਗਾਂਗੇ, ਜੇਕਰ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਕ ਇੱਕ ਬਚਨ ਤੇ ਪਹਿਰਾ ਦਿਆਂਗੇ, ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਹੋਏ ਸਿਧਾਂਤਾਂ ਤੇ ਚੱਲਾਂਗੇ, ਤਾਂ ਹੀ ਉਹ ਸਾਨੂੰ ਗੂੰਜਾਂ ਸੁਣਾਈ ਦੇ ਸਕਦੀਆਂ ਹਨ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਸਾਧ ਸੰਗਤ ਬਖਸ਼ਣ ਯੋਗ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਬਖਸ਼ਣ ਯੋਗ ਹਨ। ਆਓ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।